ਧੰਨ ਵਾਖੇ ਗੁਰੂ ਸਾਹਿਬ ਜੀਓ। अब मैं कौन उपाय करूं, जेह बिद मन को संसा चूकै, भाव निद पार परों। अब मैं कौन उपाय करूं, जेह बिद मन को संसा चूकै, भाव निद पार परों। जन्म पाए कछ भलो न कीनो, ताहते अधिक डरों। मन बच क्रम हर गुण नहीं गाए, यह जी सोच तरों। गुरमत सुन कछ ज्ञान न उपजियो, पस ज्यों उदर परों। कहो नानक प्रभ बिरद पछानो, तब हों पतित तरों। कहो नानक प्रभ बिरद पछानो, तब हों पतित तरों। जतन बहुत मैं कर रह्यो, मिट्यो न मन को मान। दुर्मत स्यों नानक फदियो, राख लिहो भगवान। परम सन्मान योग चवर छतर तखत दे मालिक, जुगो जुग अटल, साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर गुरुद्वारा गुरग्यान प्रकाश जवद्दी टकसाल विखे, जो हर साल अद्विती गुरमत संगीत सम्मेलन आयोजित किया जाता है, इस वरे दे इस गुरमत संगीत सम्मेलन की आप जी हाजरी भर रहे हो और आप विचों वो भी सिख संगत इस हाल विच विराजमान है और बाहर भी सिंह खड़े ने, जिन्हां ने मेरा ख्याल इस सारे गुरमत संगीत सम्मेलन गुरु बख्शिश दे नाल अटेंड कीते जां उन्हां दी संगत माणी है। मैनू याद है कि जिस वक्त पहला गुरमत संगीत सम्मेलन किया गया
ਔਰ ਸੰਤ ਬਾਬਾ ਸੁੱਚਾ ਸਿੰਘ ਜੀ ਹੋਣਾ ਨੇ ਜਿਹੜੀ ਸਮਾਪਤੀ ਤੇ ਤਕਰੀਰ ਕੀਤੀ ਜਾਂ ਵਿਖਿਆਨ ਕੀਤਾ, ਉਸ ਵਿੱਚ ਉਹਨਾਂ ਨੇ ਇੱਕ ਸੰਗਤ ਨੂੰ ਸੰਬੋਧਨ ਕਰਦਿਆਂ ਹੋਇਆਂ ਇਹ ਬਚਨ ਕਹੇ ਕਿ ਜਿਸ ਦਿਨ ਮੈਂ ਸ਼ੁਰੂਆਤ ਕੀਤੀ, ਬਾਬਾ ਜੀ ਦੇ ਸ਼ਬਦ ਨੇ, ਤੇ ਮੇਰੀਆਂ ਅੱਖਾਂ ਸਾਹਮਣੇ ਇਨ ਬਿਨ ਉਹੀ ਤਸਵੀਰ ਘੁੰਮ ਰਹੀ ਹੈ ਪਹਿਲੇ ਗੁਰਮਤਿ ਸੰਗੀਤ ਸੰਮੇਲਨ ਦੀ। ਉਹਨਾਂ ਨੇ ਇਹ ਸ਼ਬਦ ਕਹੇ ਕਿ ਜਿਸ ਵਕਤ ਸ਼ੁਰੂਆਤ ਪ੍ਰਾਰੰਭਤਾ ਕੀਤੀ ਤੇ ਸੰਗਤ ਵਿੱਚੋਂ ਕੀ ਆਮ ਲੋਕ ਵੀ ਕਹਿੰਦੇ ਸਨ, ਰਾਗੀ ਵੀ ਕੁਝ ਕਹਿੰਦੇ ਸਨ, ਇਹ ਜੀ ਪੱਕੇ ਰਾਗ ਸੁਣ ਕੌਣ ਆਏਗਾ। ਤੇ ਬਾਬਾ ਜੀ ਦੇ ਸ਼ਬਦ ਸਨ ਕਿ ਮੈਨੂੰ ਗੁਰੂ ਨਾਨਕ ਤੇ ਭਰੋਸਾ ਹੈ, ਜਿਹੜਾ ਆਏਗਾ ਉਹ ਸੁਣ ਤੋਂ ਬਿਨਾ ਨਹੀਂ ਜਾਏਗਾ। ਇਹ ਸ਼ਬਦ ਮੈਨੂੰ ਅੱਜ ਬੈਠਿਆਂ ਯਾਦ ਆ ਰਹੇ ਸਨ। ਇਹ ਸ਼ਬਦ ਉਹਨਾਂ ਨੇ ਸਟੇਜ ਤੇ ਕਹੇ। ਤੇ ਸੱਚ ਇਹ ਵੇ ਕਿ ਰਾਗ ਤਾਂ ਆਦਿ ਜੁਗਾਦੀ ਹੈ। ਮੈਂ ਪਿਛਲੇ ਦਿਨੀ ਕਿਹਾ ਪਰਮਾਤਮਾ ਵੀ ਜਦੋਂ ਓਂਕਾਰ ਸ਼ਬਦ ਕਹਿੰਦੇ ਨੇ, ਉਹ ਵੀ ਤੇ ਇੱਕ ਨਾਦ ਹੈ। ਗੁਰਮਤਿ ਵਿੱਚ ਰਾਗਾਂ ਨੂੰ ਮੁੜ ਕੇ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਲਿਖੇ ਨੇ, ਪਰ ਸੰਗਤ ਵਿੱਚ ਹੁਲਾਰਾ ਦੇ ਕੇ ਨਵੇਂ ਸਿਰਿਓਂ ਚਾਹ ਪੈਦਾ ਕਰਨਾ, ਸੱਚ ਇਹ ਵੇ ਕਿ ਉਸ ਦੇਣ ਨੂੰ ਸਿੱਖ ਜਗਤ ਕਦੀ ਭੁੱਲ ਨਹੀਂ ਸਕੇਗਾ। ਕਿ ਬਾਬਾ ਸੁੱਚਾ ਸਿੰਘ ਉਹਨਾਂ ਨੇ ਜੋ ਉਹ ਸੇਵਾ ਕੀਤੀ, ਨੌਜਵਾਨਾਂ ਦੇ ਬੱਚਿਆਂ ਦਾ ਧਿਆਨ ਇੱਧਰ ਆਕਰਸ਼ਿਤ ਹੋਇਆ, ਤੇ ਉਹਨਾਂ ਦੀ ਇਸ ਉਦਮ ਉਪਰਾਲੇ ਦਾ ਸਦਕਾ ਹੀ ਭਾਵੇਂ ਬਹੁਤ ਸਮਾਂ ਬਾਅਦ ਅੱਜ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਇੱਕ ਤੰਤੀ ਸਾਜ ਵਾਲਾ ਗੁਰਸਿੱਖ ਜ਼ਰੂਰ ਨਾਲ ਸੰਗਤ ਕਰਦਾ ਹੁੰਦਾ ਹੈ। ਇਹ ਬੜੀ ਵੱਡੀ ਦੇਣ ਹੈ। ਇਸ ਵਰੇ ਦਾ ਇਹ ਸਮਾਗਮ ਧਰਮ ਦੀ ਚਾਦਰ, ਦੀਨ ਰਛਕ, ਸ੍ਰਿਸ਼ਟੀ ਦੀ ਪੱਤ ਢੱਕਣ ਵਾਲਾ, ਦੀਨ ਦੁਖੀਆਂ ਦੀ ਬਾਂਹ ਫੜਨ ਵਾਲਾ ਤੇ ਕਾਤਲ ਦੇ ਦਰਵਾਜ਼ੇ ਅੱਗੇ ਜਾ ਕੇ ਦ੍ਰਿੜਤਾ ਨਾਲ ਮਜ਼ਲੂਮ ਦੇ ਹੱਕ ਵਿੱਚ ਬੋਲ ਕੇ ਆਪਣਾ ਠੀਕਰਾ ਭੰਨਣ ਵਾਲਾ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ, ਉਹਨਾਂ ਦਾ ਅਗਲੇ ਵਰੇ 400 ਸਾਲਾ ਆਗਮਨ ਗੁਰਪੁਰਬ ਆ ਰਿਹਾ ਹੈ। ਉਸ ਸਬੰਧ ਵਿੱਚ ਇਹ ਸਮਾਗਮ ਨੇ। ਭਾਵੇਂ ਰਾਤ ਕਾਫੀ ਹੋ ਚੁੱਕੀ ਹੈ, ਆਪ ਜੀ ਕਾਫੀ ਦੇਰ ਦੇ ਬੈਠੇ ਹੋ, ਪਰ ਆਪ ਇਕਾਗਰਤਾ ਬਖਸ਼ਿਓ। ਮੈਂ ਕੁਝ ਸਮਾਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚੋਂ ਆਪ ਨਾਲ ਵਿਚਾਰ ਸਾਂਝੇ ਕਰਨੇ ਨੇ, ਕਿਉਂਕਿ ਰਾਗ ਸੰਬੰਧੀ, ਸੁਰ ਸੰਬੰਧੀ, ਤਾਲ ਸੰਬੰਧੀ ਆਪ ਜੀ ਕਈ ਦਿਨਾਂ ਤੋਂ ਸੁਰਦੇ ਆ ਰਹੇ ਹੋ। ਜਿਸ ਦਾਤੇ ਦਾ ਆਪਾਂ ਪੁਰਬ ਮਨਾਉਣ ਜਾ ਰਹੇ ਹਾਂ, ਉਸ ਗੁਰੂ ਤੇਗ ਬਹਾਦਰ ਜੀ ਦੇ ਚਰਨ ਇਤਿਹਾਸ ਰਾਹੀਂ ਔਰ ਉਹਨਾਂ ਦੇ ਹਿਰਦੇ ਦੇ ਦੀਦਾਰ ਗੁਰੂ ਸ਼ਬਦ ਰਾਹੀਂ ਕਰ ਸਕੀਏ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਗਮਨ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ ਹੈ, ਔਰ ਉਸ ਅਸਥਾਨ ਨੂੰ ਆਪਾਂ ਗੁਰੂ ਕੇ ਮਹਿਲ ਕਹਿੰਦੇ ਹਾਂ। ਗੁਰੂ ਰਾਮਦਾਸ, ਗੁਰੂ ਅਰਜੁਨ ਦੇਵ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ, ਤਿੰਨ ਪਾਤਸ਼ਾਹੀਆਂ ਨੇ ਉਸ ਅਸਥਾਨ ਤੇ ਲੰਬੇਰਾ ਸਮਾਂ ਆਪਣਾ ਨਿਵਾਸ ਰੱਖਿਆ ਹੈ। ਇੱਕ ਦਰਸ਼ਨੀ ਡਿਊਟੀ ਹੈ ਕਿ ਜਿਹੜੀ ਜਦੋਂ ਸ਼੍ਰੀ ਦਰਬਾਰ ਸਾਹਿਬ ਜਾਂਦੇ ਆ ਤੇ ਉਸ ਦਰਸ਼ਨੀ ਡਿਊਟੀ ਵਿੱਚੋਂ ਨਿਕਲ ਕੇ ਆਪਾਂ ਹਜ਼ੂਰ ਦਰਬਾਰ ਸਾਹਿਬ ਮੱਥਾ ਟੇਕਨੇ ਆ। ਇੱਕ ਦਰਸ਼ਨੀ ਡਿਊਟੀ ਬਾਜ਼ਾਰ ਵਿੱਚ ਹੈ, ਜਿਹੜੀ ਗੁਰੂ ਕੇ ਮਹਿਲ ਤੋਂ ਆਈਦਾ ਤੇ ਰਸਤੇ ਵਿੱਚ ਆਉਂਦੀ ਹੈ। ਸ਼ਾਇਦ ਸੰਗਤ ਨੇ ਦਰਸ਼ਨ ਕੀਤੇ ਹੋਣ, ਜੇ ਨਹੀਂ ਕੀਤੇ ਤੇ ਪਲੀਜ਼ ਜ਼ਰੂਰ ਜਦੋਂ ਜਾਓਗੇ ਦਰਸ਼ਨ ਜ਼ਰੂਰ ਕਰਿਓ
ਕਿਉਂਕਿ ਗੁਰੂ ਕੇ ਮਹਿਲ ਤੋਂ ਜਦੋਂ ਆਪਾਂ ਦਰਬਾਰ ਸਾਹਿਬ ਆਉਂਦੇ ਹਾਂ ਤੇ ਗਲੀ ਦੇ ਵਿੱਚ ਉਹ ਦਰਸ਼ਨੀ ਡਿਊੜੀ ਆਉਂਦੀ ਏ, ਗਲੀ ਉੱਪਰੋਂ ਛੱਤੀ ਹੋਈ ਹੈ, ਉਸੇ ਤਰ੍ਹਾਂ ਹੀ ਪੁਰਾਣੀ ਇੱਟ ਦੀ ਹੈ ਤੇ ਉੱਥੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਹੋਇਆ। ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ ਤੇ ਇਹਨਾਂ ਦੇ ਸਨਮਾਨਯੋਗ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਔਰ ਮਾਤਾ ਸਨਮਾਨਯੋਗ ਮਾਤਾ ਨਾਨਕੀ ਜੀ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 4 ਬੇਟੇ ਪਹਿਲਾਂ ਨੇ ਔਰ 1 ਬੇਟੀ ਹੈ ਤੇ 5ਵੇਂ ਪੁੱਤਰ ਜਿਹੜੇ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ। ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ, ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਜੀ ਔਰ 1 ਬੇਟੀ ਹੈ ਜਿਨ੍ਹਾਂ ਦਾ ਨਾਮ ਇਤਿਹਾਸ ਨੇ ਬੀਬੀ ਵੀਰੋ ਜੀ ਲਿਖਿਆ ਹੈ। ਮੈਂ ਸਿਰਫ ਬਾਣੀ ਵਿੱਚੋਂ ਕੁਝ ਅਰਜ਼ ਕਰਨੀ ਚਾਹੁੰਦਾ। ਇਤਿਹਾਸ ਸੰਖੇਪ ਜਿਹਾ ਕਹਿ ਕੇ, ਮਹਾਰਾਜ ਅੰਮ੍ਰਿਤਸਰ ਸਾਹਿਬ ਤੋਂ ਕਰਤਾਰਪੁਰ ਆਉਂਦੇ ਆ। ਕਰਤਾਰਪੁਰ ਹਜ਼ੂਰ ਗੁਰੂ ਹਰਗੋਬਿੰਦ ਸਾਹਿਬ ਜੀ ਬੇਟੇ ਦੀ ਸ਼ਾਦੀ ਕਰਦੇ ਆ। ਭਾਈ ਲਾਲ ਚੰਦ ਜੀ ਦੀ ਬੇਟੀ, ਜਿਨ੍ਹਾਂ ਨੂੰ ਅਸੀਂ ਮਾਤਾ ਗੁਜਰੀ ਜੀ ਕਹਿੰਦੇ ਹਾਂ, ਉਹਨਾਂ ਨਾਲ ਸ਼ਾਦੀ ਹੁੰਦੀ ਹੈ ਕਰਤਾਰਪੁਰ। ਕੁਝ ਇਤਿਹਾਸਕਾਰ ਕਹਿੰਦੇ ਨੇ ਗੁਰੂ ਤੇਗ ਬਹਾਦਰ ਜੀ ਨੇ ਕਰਤਾਰਪੁਰ ਦੀ ਜੰਗ ਦੇ ਵਿੱਚ ਸਤਿਗੁਰੂ ਨੇ ਸ਼ਮੂਲੀਅਤ ਕੀਤੀ। ਇਸ ਜੰਗ ਵਿੱਚ ਆਪ ਹਜ਼ੂਰ ਮੈਦਾਨ ਵਿੱਚ ਲੜੇ ਆ। ਇੱਥੋਂ ਕੀਰਤਪੁਰ ਸਾਹਿਬ ਜਾਂਦੇ ਆ। ਕੀਰਤਪੁਰ ਸਾਹਿਬ ਤੋਂ ਬਾਬਾ ਬਕਾਲਾ ਸਾਹਿਬ ਜੀ ਕਾਫੀ ਲੰਮਾ ਸਮਾਂ ਨਿਵਾਸ ਕਰਦੇ ਆ। ਜਿਸ ਵਕਤ ਗੁਰੂ ਹਰਗੋਬਿੰਦ ਸਾਹਿਬ ਆਪਣਾ ਸਰੀਰਕ ਚੋਲਾ ਸੰਕੋਚਦੇ ਆ, ਸੱਚਖੰਡ ਪਿਆਨਾ ਕਰਦੇ ਨੇ ਤੇ ਜੋਤ ਆਪਣੇ ਪੋਤੇ ਗੁਰੂ ਹਰਰਾਏ ਸਾਹਿਬ ਜੀ ਦੇ ਅੰਦਰ ਟਿਕਾ ਦਿੰਦੇ ਨੇ। ਗੁਰੂ ਹਰਰਾਏ ਸਾਹਿਬ ਬਾਬਾ ਗੁਰਦਿੱਤਾ ਜੀ ਦੇ ਬੇਟੇ ਨੇ। ਬਾਬਾ ਗੁਰਦਿੱਤਾ ਸਾਹਿਬ ਜੀ ਦੇ 2 ਬੇਟੇ ਨੇ, ਧੀਰਮਲ ਜੀ, ਬਾਬਾ ਧੀਰਮਲ ਜੀ, ਗੁਰੂ ਹਰਰਾਏ ਸਾਹਿਬ ਜੀ। ਗੁਰੂ ਹਰਰਾਏ ਸਾਹਿਬ ਜੀ ਤੋਂ ਅੱਗੇ ਗੱਦੀ ਆਪ ਸਭ ਨੂੰ ਪਤਾ ਹੈ। 2 ਬੇਟੇ ਨੇ ਉਹਨਾਂ ਦੇ, ਵੱਡੇ ਰਾਮ ਰਾਏ ਨੇ, ਛੋਟੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ। ਦਾਦਾ ਗੱਦੀ 6ਵੇਂ ਜਾਮੇ ਵਿੱਚ ਪੋਤੇ ਨੂੰ ਦਿੰਦਾ ਹੈ ਤੇ 8ਵੇਂ ਜਾਮੇ ਵਿੱਚ, ਖੂਨ ਦੇ ਰਿਸ਼ਤੇ ਦੀ ਮੈਂ ਗੱਲ ਕਰ ਰਿਹਾ, 6ਵੇਂ ਜਾਮੇ ਵਿੱਚ ਦਾਦਾ ਪੋਤੇ ਨੂੰ ਗੱਦੀ ਦਿੰਦਾ ਹੈ ਤੇ 8ਵੇਂ ਜਾਮੇ ਵਿੱਚ ਪੋਤਾ ਜਿਹੜਾ ਉਹ ਫਿਰ ਬਾਬੇ ਵੱਲ ਇਸ਼ਾਰਾ ਕਰਦਾ ਹੈ। ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਆਪਣਾ ਪਿਆਨਾ ਕਰਦੇ ਆ ਤੇ ਉਸ ਤੋਂ ਪਹਿਲਾਂ ਉਹਨਾਂ ਦੇ ਸ਼ਬਦ ਹੁੰਦੇ ਨੇ, ਬਾਬਾ ਬਸੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪ੍ਰਗਟ ਹੁੰਦੇ ਆ। ਬਾਬਾ ਬਕਾਲਾ ਸਾਹਿਬ ਹਜ਼ੂਰ ਦੇ ਉੱਤੇ ਗੋਲੀ ਚੱਲਦੀ ਹੈ। ਇਹ ਆਪ ਨੂੰ ਪਤਾ ਹੋਣਾ ਕਿ ਧੀਰਮਲ ਗੋਲੀ ਚਲਾਉਂਦਾ, ਸ਼ੀਆਂ ਮਸੰਦ ਨੂੰ ਕਹਾ ਕਿ ਸ਼ੀਆਂ ਮਸੰਦ ਗੋਲੀ ਚਲਾਉਂਦਾ, ਪਰ ਗੁਰੂ ਤੇਗ ਬਹਾਦਰ ਸਾਹਿਬ ਦਾ ਧੁਰ ਅੰਦਰ ਇੰਨਾ ਕੁ ਟਿਕਿਆ, ਘੋੜੀ ਤੇ ਮਹਾਰਾਜ ਚੜੇ ਜਾ ਰਹੇ ਸਨ। ਜਦੋਂ ਗੋਲੀ ਚਲਾਈ, ਛੂਹ ਕੇ ਗਈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਗੋਲੀ ਦੇ ਜਵਾਬ ਵੀ ਜਿਹੜੇ ਸ਼ਬਦ ਕਹੇ ਉਹ ਸਨ, ਭਲੇ ਧਈ ਧੀਰਮਲ ਭਲੇ ਜੀ, ਭਲੇ ਧੀਰਮਲ ਧੀਰ, ਭਲੇ ਧੀਰਮਲ ਭਲੇ ਜੀ, ਭਲੇ ਧੀਰਮਲ ਧੀਰ। ਬਹੁ ਬਾਰ ਸਤਿਗੁਰੂ ਕਹਿਓ, ਸ਼੍ਰੀਪਤ ਗੁਣੀ ਗਹੀਰ। ਗੁਣਾਂ ਦੇ ਖਜ਼ਾਨੇ ਨੇ ਗੋਲੀ ਦੇ ਬਦਲੇ ਵਿੱਚ ਇਹ ਸ਼ਬਦ ਕਹਿ, ਧੀਰਮਲ ਤੇਰਾ ਭਲਾ ਹੋਵੇ, ਧੀਰਮਲ ਤੇਰਾ ਭਲਾ ਹੋਵੇ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਅਸਥਾਨ ਤੇ ਆ ਕੇ ਧੀਰਮਲ ਨੇ ਆਪਣੀ ਜ਼ੋਰ ਤਾਕਤ ਨਾਲ ਸਭ ਕੁਝ, ਘਰ ਦਾ ਸਮਾਨ ਲੈ ਗਿਆ। ਭਾਈ ਮੱਖਣ ਸ਼ਾਹ ਜੀ ਸਭ ਕੁਝ ਵਾਪਸ ਲੈ ਕੇ ਆਏ ਤੇ ਮਹਾਰਾਜ ਜੀ ਨੇ ਜਿਹੜਾ ਬਾਬਾ ਬਕਾਲਾ ਸਾਹਿਬ ਉਪਦੇਸ਼ ਦਿੱਤਾ, ਸੱਚ ਇਹ ਵੇ ਕਿ ਗੁਰਬਾਣੀ ਕਹਿੰਦੀ ਏ ਖਿਮਾ ਕਰ ਦੇਣਾ, ਉੱਥੇ ਰੱਬ ਆਪ ਵਰਤਦਾ ਹੈ। ਜਾਂ ਖਿਮਾ ਤੈਂ ਆਪ। ਹਜ਼ੂਰ ਨੇ ਮੱਖਣ ਸ਼ਾਹ ਨੂੰ ਕਿਹਾ ਕਿ ਮੱਖਣ ਸ਼ਾਹ ਇਹਨਾਂ ਨੂੰ ਬਖਸ਼ ਦੇ। ਉੱਥੇ ਜਿਹੜੇ ਸਾਹਿਬ ਨੇ ਸ਼ਬਦ ਕਹੇ ਉਹ ਕਵੀ ਸੰਤੋਖ ਸਿੰਘ ਉਹਨਾਂ ਨੇ ਵੀ ਲਿਖੇ ਨੇ। ਕਰਨੀ ਸ਼ਿਮਾ ਮਹਾ ਤਪ ਜਾਨ, ਸ਼ਿਮਾ ਕਰਤ ਹੀ ਦੈਬੋ ਦਾਨ, ਸ਼ਿਮਾ ਸਕਲ ਤੀਰਥ ਇਸ਼ਨਾਨ, ਸ਼ਿਮਾ ਕਰਤ ਨਰ ਕੀ ਕਲਿਆਣ, ਸ਼ਿਮਾ ਸਮਾਨ ਆਨ ਗੁਣ ਨਾਹੇ, ਤਾਂ ਤੇ ਸ਼ਿਮਾ ਧਰੋ ਮਨ ਮਾਹੇ। ਗੁਰੂ ਤੇਗ ਬਹਾਦਰ ਸਾਹਿਬ ਮਾਲਵਾ ਰਟਨ ਕਰਦੇ ਆ।
ਆਨੰਦਪੁਰ ਸਾਹਿਬ ਸ਼ਹਿਰ ਵਸਾਇਆ ਜਾਂਦਾ ਹੈ। ਸਤਿਗੁਰੂ ਪੂਰਬ ਨੂੰ ਜਾਂਦੇ ਆ। ਮੈਂ ਸੰਖੇਪ ਜਸ ਆਪ ਨਾਲ ਇਤਿਹਾਸ ਸਾਂਝਾ ਕਰਕੇ, ਉੱਥੇ ਰਾਜਿਆਂ ਦੀ ਲੜਾਈ ਨਿਬੇੜ ਕੇ ਆਉਂਦੇ ਆ। ਘਰ ਪਿੱਛੋਂ ਪਟਨਾ ਸਾਹਿਬ ਪਰਮਾਤਮਾ ਪੁੱਤਰ ਦੀ ਦਾਤ ਦਿੰਦਾ ਹੈ। ਤੇ ਇੱਕ ਦਿਨ ਮੈਂ ਅਰਜ਼ ਕੀਤੀ, ਜੇ ਹਿਸਟਰੀ ਨੂੰ ਦੇਖੀਏ, ਜੇ ਥੋੜਾ ਜਿਹਾ ਮੋਟੇ ਜੀ ਸਰਸਰੀ ਨਜ਼ਰ ਨਾਲ ਦੇਖੀਏ, ਜਿਸ ਦਿਨ ਗੁਰੂ ਗੋਬਿੰਦ ਰਾਏ ਜੀ ਦਾ ਆਗਮਨ ਹੋਇਆ, ਉਸ ਦਿਨ ਪਿਤਾ ਗੁਰੂ ਤੇਗ ਬਹਾਦਰ ਜੀ ਘਰ ਨਹੀਂ ਸਨ। ਔਰ ਇਹ ਵੀ ਸੱਚ ਹੈ ਕਿ ਗੁਰੂ ਤੇਗ ਬਹਾਦਰ ਔਰ ਮਾਤਾ ਗੁਜਰੀ ਦੇ ਵਿਆਹ ਤੋਂ 3 ਦਹਾਕੇ ਬਾਅਦ, 32 ਸਾਲ ਬਾਅਦ, 33 ਸਾਲ ਬਾਅਦ ਪਰਮਾਤਮਾ ਨੇ ਪੁੱਤਰ ਦੀ ਦਾਤ ਦਿੱਤੀ। ਗੁਰੂ ਤੇਗ ਬਹਾਦਰ ਜੀ ਦੀ ਆਰਬਲਾ ਉਮਰ ਉਸ ਵਕਤ 45 ਸਾਲ ਦੀ ਸੀ, ਜਦੋਂ ਗੁਰੂ ਹਰਗੋਬਿੰਦ ਸਾਹਿਬ, ਗੁਰੂ ਗੋਬਿੰਦ ਰਾਏ ਮਹਾਰਾਜ ਜੀ ਦਾ ਆਗਮਨ ਹੁੰਦਾ ਹੈ। ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਉਸ ਵੇਲੇ ਘਰ ਨਹੀਂ। ਇੱਕ ਬਚਨ ਭਾਈ ਵੀਰ ਸਿੰਘ ਉਹਨਾਂ ਨੇ ਬੜਾ ਪਿਆਰਾ ਲਿਖਿਆ ਕਲਗੀਧਰ ਚਮਤਕਾਰ ਵਿੱਚ। ਹਜ਼ੂਰ ਉਸ ਰਾਤ ਸਾਰੀ ਰਾਤ ਚੌਂਕੜੇ ਵਿੱਚ ਸਮਾਧੀ ਵਿੱਚ ਰਹੇ। ਅੰਮ੍ਰਿਤ ਵੇਲੇ ਗੁਰੂ ਤੇਗ ਬਹਾਦਰ ਮੁਸਕਰਾਉਂਦੇ ਆ ਤੇ ਸੇਵਾਦਾਰ ਪੁੱਛਦਾ, ਮਹਾਰਾਜ ਅੱਜ ਸਾਰੀ ਰਾਤ ਆਪ ਜੀ ਇੱਕ ਚੌਂਕੜੇ, ਇਸ ਵਕਤ ਇੰਨੇ ਮੁਸਕਰਾਏ। ਕਹਿਣ ਲੱਗੇ, ਅੱਜ ਗੁਰੂ ਨਾਨਕ ਦਾ 10ਵਾਂ ਜਾਮਾ ਪਟਨਾ ਸਾਹਿਬ ਦੀ ਧਰਤੀ ਤੇ ਆ ਚੁੱਕਾ ਹੈ। ਮਹਾਰਾਜ ਫਿਰ ਉੱਥੋਂ ਹੁਕਮਨਾਮਾ ਲਿਖਦੇ, ਗੋਬਿੰਦ ਦਾਸ ਕੇ ਜਨਮ ਕੀ ਵਧਾਈ ਹੋ। ਉਹ ਹੁਕਮਨਾਮਾ ਮਹਾਰਾਜ ਗੋਬਿੰਦ ਦਾਸ ਹੀ ਲਿਖਦੇ ਨੇ, ਵਧਾਈ ਦਾ ਜ਼ਿਕਰ ਕਰਦੇ ਨੇ। ਪਰ ਜਿੱਥੇ ਪਿਤਾ ਤੇ ਪੁੱਤਰ ਮਿਲਦੇ ਨੇ, ਇਤਿਹਾਸ ਕਹਿੰਦਾ ਗੁਰੂ ਤੇਗ ਬਹਾਦਰ ਮਹਾਰਾਜ ਜਦੋਂ ਮਿਲਦੇ ਆ, ਪੁੱਤਰ ਦੀ ਉਮਰ 5 ਸਾਲ ਦੇ ਕਰੀਬ ਹੋ ਚੁੱਕੀ ਹੈ। ਤੁਸੀਂ ਅੰਦਾਜ਼ਾ ਲਗਾਇਓ, 5 ਸਾਲ ਪੁੱਤਰ ਨੂੰ ਮਿਲੇ ਨਹੀਂ। ਕੁਝ ਸਮਾਂ ਪਟਨਾ ਸਾਹਿਬ ਰੁਕਦੇ ਆ ਤੇ ਗੁਰੂ ਕਾ ਬਾਗ, ਜਿੱਥੋਂ ਅਸ ਕਹਿੰਦੇ ਆ ਨਵਾਬ ਰਹੀਮ ਬਖਸ਼, ਕਰੀਮ ਬਖਸ਼ ਦਾ ਬਾਗ ਸੁੱਕਾ ਖਰਾਕ ਹੁੰਦਾ ਹੈ, ਜਿੱਥੇ ਪਿਤਾ ਤੇ ਪੁੱਤ ਦਾ ਮਿਲਾਪ ਹੁੰਦਾ ਹੈ। ਤੇ ਜਦੋਂ ਪਿਤਾ ਤੇ ਪੁੱਤਰ, ਜਿਹਨੂੰ ਅਸੀਂ ਅੱਜ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਕਹਿੰਦੇ ਆ, ਜਿਸ ਦਰਵਾਜ਼ੇ ਵਿੱਚੋਂ ਅੰਦਰ ਪ੍ਰਵੇਸ਼ ਕਰਦੇ, ਆਪ ਨੂੰ ਪਤਾ ਹੋਣਾ ਉਹ ਦਰਵਾਜ਼ਾ ਡਿਊੜੀ ਜੇ ਕਾਇਮ ਹੈ, ਉਹ ਢਾਈ ਨਹੀਂ। ਤੇ ਬਿਹਾਰ ਦੇ ਉਸ ਵਕਤ ਜਿੰਨੇ ਵਸਨੀਕ ਸਿੰਘ, ਉਹਨਾਂ ਨੇ ਹਜ਼ੂਰ ਨੂੰ ਜੀ ਆਇਆਂ ਕਿਹਾ। ਕੋਈ ਸਮਾਂ ਰਹੇ ਕਿ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਪੰਜਾਬ 'ਚ ਪਹੁੰਚ ਜਾਂਦੇ ਆ। ਉਸ ਤੋਂ ਬਾਅਦ ਗੁਰੂ ਗੋਬਿੰਦ ਰਾਏ ਜੀ ਆਉਂਦੇ ਆ। ਮੇਰਾ ਖਿਆਲ ਸਾਲ ਕੇ ਦੇ ਕਰੀਬ ਲੱਗਦਾ ਰਸਤੇ ਵਿੱਚ ਆਉਂਦੇ ਆ। ਹੁਣ ਇੱਥੋਂ ਤੁਸੀਂ ਹਿਸਾਬ ਲਾ ਲਓ ਕਿ 5 ਸਾਲ ਦੀ ਉਮਰ 'ਚ ਪੁੱਤਰ ਦੀ ਉਦੋਂ ਪਹਿਲੀ ਵਾਰੀ ਮਿਲੇ, ਸਾਲ ਤਕਰੀਬਨ ਰਸਤੇ 'ਚ ਨਿਕਲ ਗਿਆ। ਸੱਚ ਇਹ ਵੇ ਕਿ ਗੁਰੂ ਗੋਬਿੰਦ ਰਾਏ ਨੇ ਪਿਤਾ ਜੀ ਦੀ ਗੋਦ ਦਾ ਪਿਆਰ ਸਿਰਫ 2.5-3 ਸਾਲ ਹੀ ਮਾਣਿਆ ਹੈ, ਇਸ ਤੋਂ ਵੱਧ ਨਹੀਂ। ਗੁਰੂ ਤੇਗ ਬਹਾਦਰ ਸ਼ਹਾਦਤ ਦਾ ਜਾਮ ਪੀਂਦੇ ਆ, ਜਿਹਨੂੰ ਇਤਿਹਾਸ ਕਦੀ ਨਹੀਂ ਭੁੱਲੇਗਾ, ਤਵਾਰੀਖ ਕਦੀ ਨਹੀਂ ਭੁੱਲੇਗੀ। ਪਰ ਇਨਸਾਨ ਦਾ ਇੱਕ ਸੁਭਾਅ ਜੇ, ਸ਼ੇਕਸਪੀਅਰ ਕਹਿੰਦਾ, ਪੌੜੀ ਜਿਸ ਬੰਦੇ ਨੂੰ ਛੱਤ ਤੇ ਚੜਾਉਂਦੀ ਹੈ, ਬੰਦਾ ਇੱਕ ਇੱਕ ਸਟੈਪ ਤੇ, ਇੱਕ ਇੱਕ ਡੰਡੇ ਤੇ ਆਪਣੇ ਹੱਥ ਤੇ ਪੈਰ ਰੱਖ ਕੇ ਤੁਰਦਾ, ਪੌੜੀ ਵੱਲ ਮੂੰਹ ਕਰਕੇ ਤੁਰਦਾ। ਜਦੋਂ ਛੱਤ ਉੱਤੇ ਪਹੁੰਚ ਜਾਂਦਾ, ਪਹਿਲਾ ਕੰਮ ਇਹ ਕਰਦਾ, ਜਿੰਨੇ ਚੜਾਇਆ ਹੁੰਦਾ ਉਹਦੇ ਵੱਲ ਪਿੱਠ ਕਰ ਜਾਂਦਾ। ਇਹ ਇਨਸਾਨ ਦਾ ਸੁਭਾਅ ਹੈ ਕਿ ਪੌੜੀ ਤੇ ਚੜ੍ਹਦਾ, ਪੌੜੀ ਰਾਹੀਂ ਚੜ੍ਹਦਾ, ਪਰ ਜਿੰਨੇ ਚੜਾਇਆ ਹੁੰਦਾ ਉਹਦੇ ਵੱਲ ਪਿੱਠ ਕਰ ਜਾਂਦਾ। ਮੈਂ ਬੇਨਤੀ ਕਰਾਂ ਕਿ ਅੱਜ ਹਿੰਦੁਸਤਾਨ ਦੀ ਵੀ ਇਹ ਤਰਾਸਦੀ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਦੀ ਕੁਰਬਾਨੀ ਨੇ, ਸਰਦਾਰ ਕਪੂਰ ਸਿੰਘ ਨੇ 3 ਗੱਲਾਂ ਕਹੀਆਂ। ਉਹ ਕਹਿੰਦਾ, ਗੁਰੂ ਤੇਗ ਬਹਾਦਰ ਮਹਾਰਾਜ ਧਰਮ ਦੀ ਸੁਤੰਤਰਤਾ ਲਈ ਸ਼ਹੀਦ ਹੋਏ। ਗੁਰੂ ਤੇਗ ਬਹਾਦਰ ਧਰਮ ਦੀ ਰੱਖਿਆ ਲਈ ਸ਼ਹੀਦ ਹੋਏ। ਸੁਣਿਓ, ਧਰਮ ਦੀ ਰੱਖਿਆ, ਧਰਮ ਦੀ ਸੁਤੰਤਰਤਾ। ਤੇ ਤੀਜੀ ਗੱਲ ਕਹਿੰਦਾ, ਗੁਰੂ ਤੇਗ ਬਹਾਦਰ ਆਤਮ ਪੁਰਖ ਦੀ ਗੌਰਵਤਾ ਨੂੰ ਕਾਇਮ ਰੱਖਦੇ ਹੋਏ ਸ਼ਹੀਦ ਹੋਏ। ਇਹ 3 ਸ਼ਬਦ ਬੜੇ ਸੋਹਣੇ ਸਮਝਦੇ। ਉਹਨੇ ਕਿਹਾ, ਜਦੋਂ ਅਸੀਂ ਕਹਿੰਦੇ ਹਾਂ ਧਰਮ ਦੀ ਆਜ਼ਾਦੀ, ਤੇ ਉਸ ਵਿੱਚੋਂ ਤੁਕ ਕੋਟ ਕਰਦੇ ਨੇ, ਤਿਲਕ ਜੰਨੂ ਰਾਖਾ ਪ੍ਰਭ ਤਾਕਾ। ਉਹਨਾਂ ਦਾ ਯਾਦ ਰੱਖਿਓ, ਆਪਣਾ ਨਹੀਂ ਕਿਹਾ, ਤਾਕਾ ਉਹਨਾਂ ਦਾ। ਉਹਦੇ ਨਾਲ ਹਜ਼ੂਰ ਦਾ ਕੋਈ ਸਬੰਧ ਨਹੀਂ ਧਰਮ ਦੇ ਤੌਰ ਤੇ, ਰਸਮੀ ਤੌਰ ਤੇ।
ਤਿਲਕ ਜੰਯੂ ਰਾਖਾ ਪ੍ਰਭ ਤਾਂਕਾ ਦਾ ਅਰਥ ਹੈ ਕਿ ਮੈਂ ਤਿਲਕ ਨਹੀਂ ਲਾਵਾਂ, ਮੈਂ ਜਨੇਊ ਨਾ ਪਾਵਾਂ, ਮੈਂ ਗਾਇਤਰੀ ਮੰਤਰ ਨਾ ਪੜਾਂ, ਮੈਂ ਕੁਰਾਨ ਨਾ ਪੜਾਂ, ਮੈਂ ਨਮਾਜ਼ ਨਾ ਪੜਾਂ, ਪਰ ਹਰ ਬੰਦੇ ਨੂੰ ਆਪਣੇ ਧਰਮ ਵਿੱਚ ਸੁਤੰਤਰਤਾ ਨਾਲ ਜੀਣ ਦਾ ਹੱਕ ਹੈ। ਸੱਚ ਇਹ ਵੇ ਧਰਮ ਦੀ ਸੁਤੰਤਰਤਾ ਲਈ ਪਹਿਲਾ ਸ਼ਹੀਦ ਗੁਰੂ ਤੇਗ ਬਹਾਦਰ ਮਹਾਰਾਜ ਹੈ। ਮੈਂ ਧਰਮ ਦੀ ਸੁਤੰਤਰਤਾ ਸ਼ਬਦ ਵਰਤ ਰਿਹਾ, ਇਸੇ ਕਰਕੇ ਅਸੀਂ ਜਦੋਂ ਪੜ੍ਹਦੇ ਹਾਂ ਇਹ ਧਰਮ ਦੀ ਚਾਦਰ ਮੈਂ ਸ਼ਬਦ ਵਰਤਿਆ ਹੈ। ਹਿੰਦ ਦੀ ਚਾਦਰ ਅਸੀਂ ਵਰਤਨੇ ਹਾਂ। ਉਂਝ ਸੈਨਾਪਤ ਨੇ ਕਿਹਾ ਪ੍ਰਗਟ ਭੈ ਗੁਰੂ ਤੇਗ ਬਹਾਦਰ ਸਰਬ ਸ੍ਰਿਸ਼ਟ ਕੀ ਢਾਪੀ ਚਾਦਰ। ਉਹ ਸਾਰੀ ਸ੍ਰਿਸ਼ਟੀ ਦੀ ਚਾਦਰ ਨੇ। ਧਰਮ ਦੀ ਸੁਤੰਤਰਤਾ ਲਈ ਅਗਲਾ ਸ਼ਬਦ ਉਹ ਕਹਿੰਦੇ ਨੇ ਧਰਮ ਦੀ ਰੱਖਿਆ। ਇਹ ਆਕਾਸ਼ਵਾਣੀ ਬੋਲਿਆ ਸੀ ਰੇਡੀਓ ਤੇ ਸਰਦਾਰ ਕਪੂਰ ਸਿੰਘ ਹੋਣਾ ਕਹਿੰਦੇ ਧਰਮ ਦੀ ਰੱਖਿਆ। ਇਹਦਾ ਮਤਲਬ ਕੀ ਹੋਇਆ ਜਦੋਂ ਧਰਮ ਦੀ ਆਜ਼ਾਦੀ, ਧਰਮ ਦੀ ਰੱਖਿਆ। ਕਹਿੰਦੇ ਧਰਮ ਦੀ ਰੱਖਿਆ ਦਾ ਮਤਲਬ ਇਹ ਹੈ ਮਤਾਂ ਕੋਈ ਸਮਝੇ ਕਿ ਇਸ ਸੰਸਾਰ ਵਿੱਚ ਸਿਰਫ ਧਰਮ ਰਸਮੀ ਤੌਰ ਤੇ ਹੈ। ਪੂਜਾ ਪਾਠ ਕਰ ਲਿਆ, ਸਿਮਰਨ ਕਰ ਲਿਆ, ਭੋਰੇ ਵਿੱਚ ਬੈਠ ਗਏ, ਬੱਤੀਆਂ ਬਾਲੀਆਂ, ਆਰਤੀ ਕਰ ਲਈ। ਗੁਰੂ ਤੇਗ ਬਹਾਦਰ ਨੇ ਉਸ ਸੱਚ ਧਰਮ ਦੀ ਰੱਖਿਆ ਕਰ ਦਿੱਤੀ ਕਿ ਜਿਹੜਾ ਧਰਮ ਨੂੰ ਕਮਾਉਂਦਾ ਹੈ ਉਹ ਧਰਮੀ ਕੈਸਾ ਹੁੰਦਾ ਹੈ। ਯਾਦ ਰੱਖਿਓ ਧਰਮ ਦੀ ਰੱਖਿਆ ਵੀ ਹੈ ਕਿ ਧਰਮ ਕੋਈ ਹੈ। ਤੇ ਮੈਂ ਪਿਛਲੇ ਦਿਨ ਇੱਕ ਅਰਜ਼ ਕੀਤੀ ਸੀ, ਬੈਠੇ ਸਾਂ ਜਦੋਂ ਅਸੀਂ, ਵੀਰ ਚਰਨਜੀਤ ਸਿੰਘ ਬੈਠੇ ਆ, ਸਾਡੇ ਸਾਰਿਆਂ ਦੀ ਜ਼ਬਾਨ ਤੇ ਹੈ ਕਿ ਅੱਜ ਧਰਮ ਉੱਤੇ ਰਾਜਨੀਤੀ ਹਾਵੀ ਹੋ ਗਈ। ਸਾਰੇ ਕਹਿੰਦੇ ਨਾ ਨਹੀਂ, ਮੈਂ ਕਹਿੰਦਾ ਨਹੀਂ, ਇਹ ਗੱਲ ਗਲਤ ਹੈ। ਅੱਜ ਤੱਕ ਕਦੀ ਵੀ ਧਰਮ ਉੱਤੇ ਰਾਜਨੀਤੀ ਹਾਵੀ ਨਹੀਂ ਹੋਈ। ਜਿਨ੍ਹਾਂ ਉੱਤੇ ਹਾਵੀ ਹੁੰਦੀ ਉਹ ਧਰਮੀ ਹੁੰਦੇ ਨਹੀਂ। ਧਰਮ ਉੱਤੇ ਰਾਜਨੀਤੀ ਹਾਵੀ ਹੋਵੇਗੀ, ਅਸੀਂ ਕਹਾਂਗੇ ਜੀ ਦੇਖੋ ਆ ਸਿੱਖਾਂ ਵਿੱਚ ਹੀ ਕਈ ਕਹਿਣਗੇ ਦੇਖੋ ਜੀ ਸ਼੍ਰੋਮਣੀ ਕਮੇਟੀ, ਦੂਜੀ ਕਮੇਟੀ, ਫਲਾਣਾ ਕਮੇਟੀ। ਨਹੀਂ, ਉਹ ਸਿਸਟਮ ਉੱਤੇ ਹਾਵੀ ਨੇ, ਧਰਮ ਉੱਤੇ ਨਹੀਂ। ਇੱਕ ਨੀਤੀ ਨਹੀਂ ਕਿ ਬੱਚੇ ਜਿਹੜੇ ਨੇ ਸਾਹਿਬਜ਼ਾਦੇ ਤੁਰੇ ਆਉਂਦੇ ਨੇ ਕਚਹਿਰੀਆਂ ਨੂੰ, ਤੇ ਨੀਤੀਵਾਨ ਕਹਿੰਦਾ ਹੈ ਕਿ ਵੱਡਾ ਦਰਵਾਜ਼ਾ ਬੰਦ ਕਰ ਦਿਓ, ਛੋਟੀ ਬਾਰੀ ਖੋਲ ਦਿਓ, ਕਿਉਂਕਿ ਅੰਦਰ ਪ੍ਰਵੇਸ਼ ਕਰਨ ਲੱਗਿਆਂ ਇਹਨਾਂ ਦਾ ਸਿਰ ਝੁਕ ਜਾਏਗਾ। ਨੀਤੀ ਇਹ ਕਹਿੰਦੀ, ਰਾਜਨੀਤੀ ਹੈ ਨਾ। ਪਰ ਸੱਚ ਇਹ ਵੇ ਕੀ ਉਹ ਨੀਤੀ ਸਾਹਿਬਜ਼ਾਦਿਆਂ ਨੂੰ ਝੁਕਾ ਸਕੀ? ਸਵਾਲ ਹੀ ਨਹੀਂ ਪੈਦਾ ਹੁੰਦਾ। ਅਗਲੀ ਬੇਨਤੀ, ਮੈਂ ਹੁਣ ਚਲੋ ਚੱਲਨੇ ਨੇ ਸਾਕੇ 11 ਤਰੀਕ ਨੂੰ ਆਪਾਂ ਚਮਕੌਰ ਸਾਹਿਬ ਕਰਨਾ। ਐਤਕੀ ਇਹ ਕੋਵਿਡ ਕਰਕੇ ਵੀ ਪ੍ਰੋਗਰਾਮ ਸੰਕੋਚਿਆ ਗਿਆ। 6 ਤੋਂ ਲੈ ਕੇ 9 ਵਜੇ ਤੱਕ ਆਪਾਂ ਕਰਾਂਗੇ। 11 ਤਰੀਕ ਨੂੰ, 12 ਨੂੰ ਮਾਛੀਵਾੜੇ, 13 ਨੂੰ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਹੈ ਫਤਿਹਗੜ੍ਹ ਸਾਹਿਬ, ਤੇ 14 ਨੂੰ ਜੋਤੀ ਸਰੂਪ। ਗੁਰੂ ਸਾਹਿਬ ਨੇ ਸਾਡੇ ਤੇ ਬਖਸ਼ਿਸ਼ ਕੀ ਕੀਤੀ? ਯਾਦ ਰੱਖਿਓ ਵਕਤੀ ਤੌਰ ਤੇ ਸੱਚਾ ਬੰਦਾ ਹਾਰ ਜਾਂਦਾ ਹੈ, ਔੜਕ ਨੂੰ ਜਿੱਤਣ ਵਾਲਾ ਹਾਰ ਜਾਂਦਾ ਹੈ, ਜਿਹਨੂੰ ਹਾਰਿਆ ਕਹਿੰਦੇ ਉਹ ਸਦਾ ਲਈ ਜਿੱਤ ਜਾਂਦਾ। ਇਸ ਬੇਨਤੀ ਨੂੰ ਫਿਰ ਸੁਣਿਓ, ਵਕਤੀ ਤੌਰ ਤੇ ਸੱਚਾ ਬੰਦਾ ਹਾਰਦਾ ਲੱਗਦਾ ਹੈ, ਪਰ ਯਾਦ ਰੱਖਿਓ ਸਮਾਂ ਆਉਂਦਾ ਹੈ ਹਾਰ ਜਿੱਤਦੇ ਕੋਈ ਹਾਰ ਜਾਂਦੇ ਆ, ਜਿਹਨੂੰ ਹਾਰਿਆ ਕਹਿੰਦੇ ਉਹ ਜਿੱਤ ਜਾਂਦਾ। ਕਿ ਚਮਕੌਰ ਸਾਹਿਬ ਦਾ ਘੇਰਾ, ਸਾਹਿਬਜ਼ਾਦਿਆਂ ਦੀ ਸ਼ਹਾਦਤ, ਗੁਰੂ ਗੋਬਿੰਦ ਸਿੰਘ ਜੀ ਦਾ ਨਿਕਲਣਾ, ਤੇ ਜਿਸ ਵਕਤ ਬਾਅਦ ਰਹਿ ਗਏ ਸਿੱਖਾਂ ਨੂੰ ਸ਼ਹੀਦ ਕੀਤਾ, ਇਹ ਤਾਂ ਕਹਿੰਦੇ ਹੋਣਗੇ ਨਾ ਵੀ ਅਸੀਂ ਮੈਦਾਨ ਫਤਿਹ ਕਰ ਲਿਆ। ਠੀਕ ਹੈ, ਗੁਰੂ ਗੋਬਿੰਦ ਸਿੰਘ ਜੀ ਨਹੀਂ ਮਿਲੇ ਪਰ ਉਹਨਾਂ ਦੀ ਨਜ਼ਰ ਸੀ। ਪਰ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਸੁਰਤ ਦੀ ਜਿੱਤ ਦਿੱਤੀ ਹੈ। ਉਸ ਵਿੱਚ ਗੁਰੂ ਕਹਿੰਦੇ ਨੇ ਕਿ ਦੇ ਸ਼ਿਵਾ ਬਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬ ਹੂੰ ਨਾ ਟਰੂ ਨਾ ਡਰੂ, ਅਰਸੋਂ ਜਬ ਜਾਏ ਲਰੂ ਨਿਸ਼ਚੈ ਕਰ ਆਪਣੀ जीत करो। निश्चय कर अपनी जीत बड़ी वड्डी है। मैं खैर खब्बे सज्जे ना जा। धर्म दी रखिया, धर्म दी आज़ादी। तीजी गल आत्म पुरख दी गौरवता की है, आत्म पुरख दी परम पदवी की है। ये कह देना भी तू करामात दिखा दे तेनू अज ही असी छड़ देंगे, सच एवे कि उस आत्म पुरख ने अपने अंदर दा राज नहीं दिता, पर अपना जेड़ा तन दा ठीकरा है, जेड़ा भांडा है, वो दिल्ली दे बादशाह दे सिर दे उत्ते भन्निया है। महाराज ने जेड़े शब्द वरते हैं, ठीकर फोर दलीस सिर क्या है, पैरों च नहीं क्या। शब्दावली बड़ी ये भी डूंगी है। पैरों विच उन्हां दे टुटदे आ जेड़े अंदरों झुक जांदे खा, पर गुरु तेग बहादुर साहब सिर विच फटे ने।
ਦੀ ਠੀਕਰ ਫੋਰ ਦਲੀਸ ਸਿਰ। ਉਸ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ 15 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ, ਜਿਹੜਾ ਬਾਬਾ ਜੀ ਉਹਨਾਂ, ਬਾਬਾ ਅਮੀਰ ਸਿੰਘ ਜੀ ਉਹਨਾਂ ਨੇ ਇਹ ਅੱਜ ਇਹ ਸਮਾਗਮ ਸਮਰਪਣ ਕੀਤਾ ਹੈ। ਮੈਂ ਥੋੜੀ ਜਿਹੀ ਸਿਰ ਬਾਣੀ ਬਾਰੇ, ਕਿਉਂਕਿ ਤੁਸੀਂ ਬਾਣੀ ਤਾਂ ਹਜ਼ੂਰ ਦੀ ਸੁਣਦੇ ਰਹੇ ਹੋ। 15 ਰਾਗ ਨੇ ਤੇ ਗੁਰੂ ਸਾਹਿਬ ਜੀ ਦੇ 59 ਸ਼ਬਦ ਨੇ ਤੇ 57 ਸ਼ਲੋਕ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਕੋਈ ਅਸ਼ਟਪਦੀ ਨਹੀਂ ਉਚਾਰਨ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਨੇ ਕੋਈ ਸ਼ੰਤ ਨਹੀਂ ਉਚਾਰਨ ਕੀਤਾ। ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੀ ਖੂਬਸੂਰਤੀ ਇਹ ਹੈ ਤਾਂ ਸਾਰੀ ਬਾਣੀ ਦੀ ਐਸੀ ਕਿ ਉਹਨਾਂ ਦਾ ਇੱਕ ਵੱਖਰਾ ਹੀ ਨੇਮ ਹੈ ਕਿ ਉਹਨਾਂ ਦੇ 59 ਜਿਹੜੇ ਸ਼ਬਦ ਨੇ, ਉਹਨਾਂ ਦੀਆਂ ਪਹਿਲੀਆਂ ਰਹਾਉ ਦੀਆਂ 2 ਤੁਕਾਂ ਨੇ। ਹਰ ਸ਼ਬਦ ਰਹਾਉ ਦੀਆਂ 2 ਤੁਕਾਂ ਪਹਿਲਾਂ ਹੀ ਆ ਜਾਂਦੀਆਂ। ਆਮ ਤੌਰ ਤੇ ਹੁੰਦਾ ਕਿ ਜੀ ਪਹਿਲਾਂ ਸ਼ਬਦ ਦੇ ਤੁਕਾਂ, ਫਿਰ ਉਸ ਵਿੱਚ ਰਹਾਉ ਦੀਆਂ ਤੁਕਾਂ ਨਹੀਂ। ਉੱਥੇ ਜਿੰਨੇ ਤੁਸੀਂ 59 ਸ਼ਬਦ ਪੜੋਗੇ ਪਿਆਰਿਓ, ਪਹਿਲੀਆਂ ਜਿਹੜੀਆਂ 2 ਤੁਕਾਂ ਨੇ ਉਹ ਹੀ ਰਹਾਉ ਦੀਆਂ ਤੁਕਾਂ ਨੇ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ 59 ਸ਼ਬਦ ਨੇ। ਇਹ ਗੱਲ ਹੋਰ, ਉਹਨਾਂ ਨੇ ਆਪਣੀ ਰਚਨਾ ਦੇ ਵਿੱਚ ਜਿਹੜੀ ਸ਼ਬਦਾਵਲੀ ਵਰਤੀ ਹੈ, ਉਂਝ ਵੈਸੇ 10 ਪਾਤਸ਼ਾਹਾਂ ਵਿੱਚੋਂ ਗੁਰੂ ਤੇਗ ਬਹਾਦਰ ਨੇ ਜਿਨ੍ਹਾਂ ਦਾ ਨਾਮ ਫਾਰਸੀ ਵਿੱਚੋਂ ਆਉਂਦਾ ਹੈ। ਹਾਲਾਂਕਿ ਨਾਨਕ ਪਦ ਦੇ ਅਰਥ ਭਾਈ ਨੰਦ ਲਾਲ ਸਾਹਿਬ ਨੇ ਤਾਂ ਹਰ ਗੁਰੂ ਸਾਹਿਬ ਦੇ ਗੰਜਨਾਮੇ ਚ ਅਰਥ ਕੀਤੇ ਆ। ਤੇਗ ਸ਼ਬਦ ਵੀ ਫਾਰਸੀ ਦਾ ਹੈ ਤੇ ਬਹਾਦਰ ਸ਼ਬਦ ਵੀ ਫਾਰਸੀ ਦਾ ਹੈ। ਇਹ ਦੋਨੋਂ ਸ਼ਬਦ ਗੁਰੂ ਤੇਗ ਬਹਾਦਰ ਜਿਹੜੇ ਤੇਗ ਬਹਾਦਰ, ਇਹ ਦੋਨੋਂ ਸ਼ਬਦ ਫਾਰਸੀ ਵਿੱਚੋਂ ਆਏ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਉਹਨਾਂ ਨੇ ਭਾਸ਼ਾ ਵਰਤੀ ਹੈ, ਮੈਂ ਇੱਕ ਦਿਨ ਬੇਨਤੀ ਕੀਤੀ ਜਦੋਂ ਪਾਠ ਕਰ ਰਹੇ ਸਾਂ, ਤੁਸੀਂ ਜਿਹੜੇ ਸਿੰਘ ਪਾਠ ਕਰਦੇ ਹੋ ਇਹ ਗੱਲਾਂ ਨੁਕਤੇ ਸਮਝਣ ਵਾਲੇ ਹੁੰਦੇ ਆ, ਪੜ੍ਹਨ ਵਾਲੇ ਹੁੰਦੇ ਆ। ਜਿਵੇਂ ਤੁਸੀਂ ਰਾਗ ਦੀ ਬਰੀਕੀ ਸਮਝਦੇ ਹੋ, ਜਿਹੜੇ ਬੱਚੇ ਕੀਰਤਨ ਜਾਣਦੇ ਆ ਉਹ ਸੁਰ ਲਾਣਾ, ਗਲੇ ਦਾ ਸਭ ਕੁਝ ਸਮਝਦੇ ਆ। ਇਸੇ ਤਰ੍ਹਾਂ ਕਥਾ ਵਿੱਚ ਵੀ ਇਹ ਗੱਲਾਂ ਸਮਝਣ ਵਾਲੀਆਂ ਨੇ। ਛੰਦਾਬੰਦੀ, ਪਿੰਗਲ, ਮਾਤਰਾ, ਦੀਰਘ, ਲਘੂ। ਪਰ ਅੱਜ ਸਿੱਖਾਂ 'ਚ ਨਹੀਂ ਇਹ, ਕਿਉਂਕਿ ਸਰੋਤਾ ਇਹਨੂੰ ਸੁਣਨ ਨੂੰ ਤਿਆਰ ਹੀ ਨਹੀਂ ਸੁਣਦਾ ਛੇਤੀ ਕੀਤਿਆਂ ਕੋਈ, ਕਿਉਂਕਿ ਉਹਨਾਂ ਕਹਿਣਾ ਕਿਹੜੀਆਂ ਗੱਲਾਂ ਕਰ ਲੱਗ ਪਏ। ਗੁਰੂ ਤੇਗ ਬਹਾਦਰ ਸਾਹਿਬ ਨੇ ਜਿੰਨੀ ਬਾਣੀ ਵਰਤੀ ਹੈ ਤਕਰੀਬਨ ਉਹਨਾਂ ਨੇ ਬ੍ਰਜ ਭਾਸ਼ਾ ਦੀ ਵਰਤੋਂ ਕੀਤੀ ਜ਼ਿਆਦਾ ਜੀ। ਬ੍ਰਜ ਭਾਸ਼ਾ ਜਿਹੜੀ ਹੈ ਨਾ ਜੀ, ਇਹ ਮਥੁਰਾ ਦੇ ਨਜ਼ਦੀਕ ਦੀ ਜਿਹੜੀ ਬੋਲੀ ਜਾਂਦੀ ਹੈ। ਹੁਣ ਆਪ ਜੀ ਦੇਖੋਗੇ ਗੁਰਪ੍ਰਤਾਪ ਸੂਰਜ ਵੀ ਤਕਰੀਬਨ ਬ੍ਰਿਜ ਭਾਸ਼ਾ ਵਿੱਚ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਜ਼ਫਰਨਾਮਾ, ਹਕਾਇਤਾਂ ਅਸੀਂ ਫਾਰਸੀ 'ਚ ਕਹਾਂਗੇ, ਪੰਜਾਬੀ 'ਚ ਚੰਡੀ ਦੀ ਵਾਰ, ਮਿੱਤਰ ਪਿਆਰੇ ਨੂੰ ਖਾਲ ਮੁਰੀਦਾਂ ਦਾ ਕਹਿਣਾ, ਤੇ ਬਾਕੀ ਤਕਰੀਬਨ ਜਿੱਥੇ ਅਰਬੀ ਫਾਰਸੀ ਗੁਰਦੇਵ ਨੇ ਆਪਣੀ ਕਵਿਤਾ 'ਚ ਵਰਤੀ, ਉੱਥੇ ਮਹਾਰਾਜ ਨੇ ਜ਼ਿਆਦਾ ਜਿਹੜੀ ਭਾਸ਼ਾ ਹੈ ਉਹ ਬ੍ਰਜ ਭਾਸ਼ਾ ਹੀ ਵਰਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਹੁਣ ਤੁਸੀਂ ਦੇਖੋ, ਮੈਂ ਪਾਠ ਕਰਨ ਲੱਗਾ, ਗੁਰੂ ਅਰਜੁਨ ਦੇਵ ਸ਼ਬਦ ਵਰਤਦੇ ਨੇ ਮਹਿ। ਮੈਨੂੰ ਪਤਾ ਹੈ ਜਿਹੜੇ ਗ੍ਰਾਮਰ ਬਾਰੇ ਵਿਦਵਾਨ ਨੇ ਉਹ ਮੇਰੀ ਗੱਲ ਨੂੰ ਨਹੀਂ ਮੰਨਣਗੇ, ਉਹਨਾਂ ਬਦਲ ਦਿੱਤਾ, ਸ਼ਬਦ ਬਦਲ ਦਿੱਤਾ। ਮਹਿ ਸਗਲ ਬਨਸਪਤ ਮਹਿ ਬਸੰਤਰ, ਸਗਲ ਦੂਧ ਮਹਿ ਕੀਆ, ਮੰਮਾ ਹਾਹੇ ਨੂੰ ਸਿਹਾਰੀ ਮਹਿ, ਇਹਦਾ ਅਰਥ ਹੋ ਗਿਆ ਵਿੱਚ। ਤੇ ਜਦੋਂ ਤੁਸੀਂ ਪਾਠ ਕਰਦੇ ਹੋ ਗੁਰੂ ਤੇਗ ਬਹਾਦਰ ਦੀ ਬਾਣੀ ਦਾ, ਘਟ ਘਟ ਮੈਂ ਹਰਜੂ ਬਸੈ, ਉੱਥੇ ਮੰਮੇ ਤੇ ਦੁਲਾਵਾਂ ਲੱਗੀਆਂ ਨੇ, ਉਹਦਾ ਅਰਥ ਵੀ ਵਿੱਚ ਹੈ। ਸਗਲ ਬਨਸਪਤ ਮਹਿ ਬਸੰਤਰ, ਸਗਲ ਦੂਧ ਮਹਿ ਕੀਆ, ਉੱਥੇ ਹੈ ਘਟ ਘਟ ਮੈਂ ਹਰਜੂ ਬਸੈ। ਉਂਝ ਮੈਂ ਸ਼ਬਦ ਦਾ ਮਈ ਵੀ ਆਉਂਦਾ ਹੈ, ਗਗਨ ਮੈਂ ਥਾਲ, ਤੇ ਇੱਕ ਇਹ ਵੀ ਆਉਂਦਾ ਮੈਂ। ਫਿਰ ਸੁਣਿਓ, ਮੈਂ ਆਪ ਸਵਾਰ ਹੈ ਮੈਂ ਮਿਲੈ, ਉਚਾਰਨ 'ਚ ਫਰਕ ਹੈ ਨਾ ਜੀ। ਹੁਣ ਉੱਥੇ ਵਿਦਵਾਨ ਪੁਰਸ਼ਾਂ ਨੇ ਜਦੋਂ ਕੀਤੇ, ਚਲੋ ਆਪਾਂ ਇਸ ਕੰਟਰੋਵਰਸੀ 'ਚ ਨਹੀਂ ਪੈਣਾ ਗ੍ਰਾਮਰ ਦੇ ਵਿੱਚ, ਕਿਉਂਕਿ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਬਾਣੀ, ਮੈਂ ਇੱਕ ਦਿਨ ਕਿਹਾ ਸੀ ਵੀ ਉਹੀ ਸ਼ਬਦ ਇਸਤਰੀ ਲਿੰਗ ਹੋ ਜਾਂਦਾ, ਇਲਾਕਾ ਬਦਲੋ ਪੁਲਿੰਗ ਬਣ ਜਾਂਦਾ। ਅਸੀਂ ਕਹਿੰਦੇ ਹਾਂ ਜੀ ਬਾਬਾ ਜੀ ਦਾ ਅਸਵਾਰਾ ਆ ਰਿਹਾ, ਇਹ ਪੁਲਿੰਗ ਹੈ ਨਾ, ਅਸਵਾਰਾ ਆ ਰਿਹਾ। ਦੂਜਾ ਬੰਦਾ ਜਦੋਂ ਬਾਹਰ ਖਲੋਤਾ, ਨਿਕਲੋ ਘਰ ਦਿਓ, ਬਾਬਾ ਜੀ ਦੀ ਸਵਾਰੀ ਆ ਗਈ। ਵੇਖੋ ਇੱਕੋ ਦਮ ਸ਼ਬਦ ਚੇਂਜ ਹੋ ਗਿਆ, ਪੁਲਿੰਗ ਤੋਂ ਇਸਤਰੀ ਲਿੰਗ ਹੋ ਗਿਆ। ਮੈਂ ਇੱਕ ਦਿਨ ਗੱਲ ਕਰ ਰਿਹਾ ਸਾਂ ਬੈਠਾ,
ਵੀ ਅਸੀਂ ਕਹਿੰਦੇ ਆ ਵੀ ਇਹ ਵਿਸ਼ਾ ਨਹੀਂ ਆਪਣਾ ਪਿਆਰਿਓ, ਪਰ ਮੇਰੀ ਥੋੜੀ ਜਿਹੀ ਬੇਨਤੀ ਹੈ ਕਿ ਗੁਰੂ ਦੀ ਬਾਣੀ ਦਾ ਪਾਰਾਵਾਰ ਕੋਈ ਨਹੀਂ ਪਾ ਸਕਦਾ। ਹੁਣ ਕਈ ਇਲਾਕਿਆਂ 'ਚ ਕਹਿੰਦੇ ਦਹੀਂ ਖਾਣਾ ਜੇ, ਦਹੀਂ ਲਓਗੇ, ਉਹਨੂੰ ਪੁਲਿੰਗ 'ਚ ਬੋਲਦੇ ਆ, ਤੇ ਕਈ ਥਾਵਾਂ ਤੇ ਦਹੀਂ ਜਿਹੜਾ ਇਸਤਰੀ ਲਿੰਗ 'ਚ ਬੋਲਿਆ ਜਾਂਦਾ। ਹੁਣ ਇੱਥੇ ਘੱਟ ਘੱਟ ਮੈਂ ਖਰਜੂ ਬਸੈ, ਇਹਦਾ ਅਰਥ ਮੈਂ ਵਿੱਚ। ਤੇ ਜਦੋਂ ਜਿਹੜੇ ਹਰਿਆਣੇ ਦੇ ਰਹਿਣ ਵਾਲੇ ਆ ਉਹਨਾਂ ਨੂੰ ਪਤਾ ਹੋਣਾ, ਜਦੋਂ ਕਿਤੇ ਹਰਿਆਣਵੀ ਬੋਲਦੇ ਆ, ਬਜਰ ਬ੍ਰਜ ਭਾਸ਼ਾ ਬੋਲਦੇ ਆ ਕਈ ਸੱਜਣ, ਉਹ ਇਹ ਕਹਿਣਗੇ ਥਾਰੇ ਥਾਰੇ ਥੈਲੇ ਮੈਂ ਕਹਿ ਸਕ ਥੈਲੇ ਮੈਂ, ਇਹੀ ਕਹਿਣਗੇ, ਮੈਂ ਤੇ ਨਹੀਂ ਨਾ ਕਹਿੰਦੇ, ਕਿਉਂਕਿ ਗੁਰੂ ਤੇਗ ਬਹਾਦਰ ਜਿਸ ਥਾਂ ਤੇ ਵਿਚਰ ਰਹੇ ਆ ਉਹਨਾਂ ਦੀ ਭਾਸ਼ਾ ਬੋਲ ਰਹੇ ਆ। ਹੁਣ ਉੱਥੇ ਬੋਲੀ ਭਾਸ਼ਾ ਨੂੰ ਤੁਸੀਂ ਮਾਝੀ ਨਾਲ ਜੋੜ ਜੋੜ ਕੇ ਅਰਥ ਕਰੀ ਜਦੋਂ ਗੱਲ ਨਹੀਂ ਬਣਦੀ, ਕਿਉਂਕਿ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਉਹਨਾਂ ਨੇ ਬ੍ਰਜ ਭਾਸ਼ਾ ਦੀ ਜ਼ਿਆਦਾ ਵਰਤੋਂ ਕੀਤੀ। ਉਹਨਾਂ ਦੀ ਸਾਰੀ ਬਾਣੀ 'ਚ ਮੈਂ ਅਕਸਰ ਕਹਿੰਦਾ ਹੁੰਦਾ, ਮੈਂ 3 ਲਫ਼ਜ਼ ਵਰਤਣਾ ਹੁੰਦਾ। ਇੱਕ ਤਾਂ ਉਹਨਾਂ ਦੀ ਬਾਣੀ 'ਚ ਬੈਰਾਗ ਹੈ, ਦੂਸਰਾ ਉਹਨਾਂ ਦੀ ਬਾਣੀ 'ਚ ਤਿਆਗ ਹੈ, ਤੇ ਕਈ ਵਾਰੀ ਇੱਥੇ ਮੈਂ ਤੀਸਰਾ ਉਹਨਾਂ ਦੀ ਬਾਣੀ ਵਿੱਚ ਅਨੁਰਾਗ ਹੈ। ਤਿਆਗ ਦੀ ਜਦੋਂ ਗੱਲ ਕਰਦੇ ਨੇ, ਕਿਉਂਕਿ ਉਹਨਾਂ ਦਾ ਸਭ ਤੋਂ ਪਹਿਲਾਂ ਜਿਹੜਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਇਹ ਵੀ ਕਥਾ 'ਚ ਨੋਟ ਕਰਨ ਵਾਲੀਆਂ ਕਥਾਵਾਚਕਾਂ ਲਈ ਨੇ। ਪਹਿਲਾ ਸ਼ਬਦ ਕਿਹੜਾ? ਅਖੀਰ। ਜਿਵੇਂ ਗੁਰੂ ਅੰਗਦ ਸਾਹਿਬ ਦਾ ਪਹਿਲਾ ਸ਼ਬਦ ਹੈ, ਜਿਸ ਪਿਆਰੇ ਸਿਉ ਨੇਹੋ ਤਿਸ ਆਗੈ ਮਰ ਚੱਲੀਏ, ਸ਼ਲੋਕ। ਅਖੀਰਲਾ ਸ਼ਲੋਕ ਹੈ, ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇੰਨੀ ਜਲੀ ਨਾਮ ਵਿਸਾਰਿਆ ਇੱਕ ਨਾ ਚਲਿਆ ਨਾਲ। ਗੁਰੂ ਤੇਗ ਬਹਾਦਰ ਸਾਹਿਬ ਦਾ ਪਹਿਲਾ ਸ਼ਬਦ ਜਿਹੜਾ ਹੈ ਉਹ ਤਿਆਗ ਹੈ। ਗੁਰੂ ਤੇਗ ਬਹਾਦਰ ਸਾਹਿਬ ਦਾ ਅੰਤਲਾ ਜਿਹੜਾ ਸ਼ਲੋਕ ਉਹ ਅਨੁਰਾਗ ਹੈ। ਪਹਿਲਾ ਸ਼ਬਦ ਮੈਂ ਕਿਹਾ ਤਲਿਆਗ ਹੈ, ਅੰਤਲਾ ਸ਼ਲੋਕ ਅਨੁਰਾਗ ਹੈ। ਪਹਿਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਗੌੜੀ ਰਾਗ ਚ ਆਉਂਦਾ, ਸਾਧੋ ਸਾਧੋ ਮਨ ਕਾ ਮਾਨ ਤਿਆਗੋ। ਇੱਥੇ ਮੈਂ ਬੇਨਤੀ ਕਰਾਂ, ਸੰਬੋਧਨ ਕੀਤਾ ਤਿਆਗੋ, ਛੱਡ ਦਿਓ, ਪਰ ਪਾਠ ਲਿਖਿਆ ਤੱਤੇ ਨੂੰ ਸਿਹਾਰੀ, ਗੱਗੇ ਨੂੰ ਕੰਨਾ ਤੇ ਊੜਾ ਪਾ ਕੇ ਥੱਲੇ ਔਂਕੜ ਭਾਈਏ। ਫਸਟ ਪਰਸਨ ਬਣ ਜਾਏਗਾ ਇਹ ਤੇ ਵਿਆਕਰਣ ਅਨੁਸਾਰ। ਮੈਂ ਤਾਂ ਕਿਹਾ ਵੀ ਐਵੇਂ ਨਾ ਆਪਾਂ ਟੁਕਾਈ ਜੀ ਅਰਥਾਂ ਤੇ ਹੈ, ਅਸੀਂ ਅਰਥ ਹੀ ਕਰਾਂਗੇ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨ ਸੁਭਾਗੋ। ਇਹ ਤਿਆਗ ਹੈ। ਗੁਰੂ ਸਾਹਿਬ ਕਿਤੇ ਨਹੀਂ ਕਹਿੰਦੇ ਪਰਿਵਾਰ ਤਿਆਗ, ਸੰਸਾਰ ਤਿਆਗ। ਮੰਨ ਲਓ ਅਸੀਂ ਤਿਆਗ ਦਿਆਂਗੇ, ਸੋਚਾਂਗੇ ਵੀ ਸ਼ਾਇਦ ਮੈਂ ਹੁਣ ਸਭ ਦਾ ਖਹਿੜਾ ਛੱਡ ਦਿੱਤਾ, ਹੁਣ ਮੈਂ ਸੁਖੀ ਹਾਂ। ਨਹੀਂ ਪਿਆਰਿਓ, ਵਰਮੀ ਨੂੰ, ਖੁੱਡ ਨੂੰ ਮਾਰਨ ਨਾਲ ਸੱਪ ਨਹੀਂ ਮਰਦੇ ਹੁੰਦੇ, ਭੁਲੇਖੇ ਪੈ ਜਾਂਦੇ ਆ। ਥਾਂ ਬਦਲ ਨਾਲ ਅੰਦਰ ਦੇ ਵਾਸ਼ਨਾ ਨਹੀਂ ਮਰਦੀ ਹੁੰਦੀ, ਸੱਪ ਕੱਢ ਕੇ ਮਾਰਨਾ ਪੈਂਦਾ ਹੈ। ਵਰਮੀ ਮਾਰੀ ਸਾਪ ਨਾ ਮਰੀ, ਗੁਰੂ ਸਾਹਿਬ ਕਹਿੰਦੇ। ਪਹਿਲੀ ਗੱਲ ਕਿ ਤੁਸੀਂ ਮਾਨ ਨੂੰ ਤਿਆਗ ਦਿਓ, ਪਰ ਉਸ ਤਿਆਗ ਵਿੱਚ ਇਸ ਤਿਆਗ ਦਾ ਖੰਡਨ ਕੀਤਾ ਜੋ ਹਿੰਦੁਸਤਾਨ ਵਿੱਚ ਸੀ ਕਿ ਜੰਗਲ ਪਹਾੜਾਂ ਦੀਆਂ ਕੰਦਰਾਂ, ਗੁਰੂ ਜੀ ਨੇ ਕਿਹਾ ਕਾਹੇ ਰੇਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ, ਉਹ ਤੇਰੇ ਨਾਲ ਹੈ। ਦੂਸਰੀ ਗੱਲ, ਮਾਨ ਨੂੰ ਤਿਆਗ ਦੇ। ਮਨ ਦਾ ਮਾਨ ਤਿਆਗਣਾ ਗੁਰਮੁਖੋ। ਮੈਂ ਮਾਰੀ ਹਜ਼ੂਰੀ ਚ ਕਹਿੰਦਾ ਮੈਂ ਕਿਹੜਾ ਤਿਆਗ ਬੈਠਾ। ਗੁਰੂ ਜੀ ਨੇ ਇੱਥੇ ਕਿਹਾ ਮਨ ਕਾ ਮਾਨ ਤਿਆਗੋ, ਸਭ ਤੋਂ ਵੱਧ ਜ਼ੋਰ ਦਿੱਤਾ ਹਉਮੈ ਨੂੰ ਛੱਡ ਦਿਓ। ਮੈਂ ਮੰਗਲ ਕੀਤਾ ਯਤਨ ਬਹੁਤ ਮੈਂ ਕਰ ਰਿਓ, ਮਿਟਿਓ ਨਾ ਮਨ ਕੋ ਮਾਨ। ਮਹਾਰਾਜ ਕਹਿੰਦੇ ਨੇ ਬੜੇ ਯਤਨ ਕੀਤੇ, ਬਾਹਰੋਂ ਮੈਂ ਨਿਮਰਤਾ ਚ ਕਹਿਣਾ, ਪਰ ਤੁਰ ਅੰਦਰ ਮੇਰਾ ਹੰਕਾਰ ਫੁਰਨਿਆਂ ਕਰਕੇ ਖਹਿੜਾ ਛੱਡਦਾ ਹੀ ਨਹੀਂ। ਮਨ ਦਾ ਮਾਨ ਨਹੀਂ ਜਾਂਦਾ ਪਿਆ। ਹੁਣ ਮਨ ਦਾ ਮਾਨ ਕਿਸੇ ਨੂੰ ਕੀ ਪਤਾ, ਮੇਰਾ ਹੱਥ ਜੋੜਨਾ ਵੀ ਹੰਕਾਰ ਹੋ ਸਕਦਾ ਹੈ। ਮਹਾਰਾਜ ਕਹਿੰਦੇ ਨੇ ਤਿਆਗ ਦੇ ਮਨ ਦਾ ਮਾਨ, ਪਰ ਜਿੰਨਾ ਮਨ ਮਾਨ ਵਿੱਚ ਉਹਨਾਂ ਦੁਰਮਤ ਨੇ ਘੇਰਿਆ। ਮਹਾਰਾਜ ਕਹਿੰਦੇ ਨੇ ਯਤਨ ਬਹੁਤ ਮੈਂ ਕਰ ਰਿਓ, ਮਿਟਿਓ ਨਾ ਮਨ ਕੋ ਮਾਨ, ਦੁਰਮਤ ਸਿਓ ਨਾਨਕ ਫਦਿਓ ਰਾਖ ਲਿਖੋ ਭਗਵਾਨ। ਤਿਆਗ ਕਿਆ ਵੀ ਵਾਸ਼ਨਾ ਨੂੰ ਤਿਆਗ ਦੇ। ਦੂਜੀ ਗੱਲ ਮੈਂ ਕਹਿਣਾ ਹੁੰਦਾ, ਉਹਨਾਂ ਨੇ ਬੈਰਾਗ ਦੀ ਗੱਲ ਕੀਤੀ। ਆਪਣੇ ਗਿਆਨੀ ਮਾਨ ਸਿੰਘ ਚੌਰ ਇੰਗਲੈਂਡ ਕਥਾ ਕਰ ਰਹੇ ਤੇ ਉਹਨਾਂ ਦੀ ਟੇਪ ਸੁਣੀ। ਇਹ ਵਿਰਦੀ ਸਾਹਿਬ ਸਨ, ਉਹਨਾਂ ਕੋਲ ਜਾਂਦੇ ਹੁੰਦੇ ਸਨ। ਤੇ ਤੁਹਾਨੂੰ ਸਭ ਨੂੰ ਪਤਾ ਵੀ ਉਦੋਂ ਲੋਕਾਂ ਦੇ ਖਾਸਮੇ ਬੜੇ ਬਲਵਾਨ ਸਨ। ਜੇ ਕੋਈ ਕਥਾਵਾਚਕ ਬੋਲਦਾ ਸੀ ਤੇ ਜਰ ਲੈਂਦੇ ਸਨ। ਹੁਣ ਨਹੀਂ ਮੈਨੂੰ ਯਾਦ ਆ, ਜਦੋਂ ਸਮਾਜ ਸੰਮੇਲਨ ਸ਼ੁਰੂ ਕੀਤਾ ਕਈ ਦਿਨ ਤੇ ਰੇੜਕਾ ਇੱਥੇ ਜਬ ਤੇ ਪੈ ਗਿਆ
ਵੀ ਸੰਗੀਤ ਤੇ ਸਮੇਲਨ ਹਿੰਦੀ ਦੇ ਸ਼ਬਦ ਨੇ। ਇਹ ਰੜਕੇ ਰੇੜਕਾ ਪਿਆ ਰਹੇ ਤੇ ਕਈ ਦਿਨ ਵੀ ਇਹ ਤੁਸੀਂ ਕਿਹੜੇ ਸ਼ਬਦ ਵਰਤ ਦਿੱਤੇ। ਤੇ ਹੁਣ ਜਦੋਂ ਸਤਿਗੁਰੂ ਦੀ ਬਾਣੀ ਪੜ੍ਹਦੇ ਆ, ਮੈਂ ਸੋਚਣਾ ਮਣਾ ਉਦੋਂ ਅਸੀਂ ਵੀ ਕਹਿੰਦੇ ਸਾਂ, ਪਰ ਗੁਰੂ ਸਾਹਿਬ ਤਾਂ ਬੜੇ ਵਿਸ਼ਾਲ ਨੇ। ਉਹ ਗਿਆਨੀ ਮਾਨ ਸਿੰਘ ਝੌਰ ਕਹਿੰਦੇ ਸਨ, ਗੁਰੂ ਤੇਗ ਬਹਾਦਰ ਸਾਹਿਬ ਦੇ ਬੋਲ ਰਹੇ ਸਨ ਬਾਣੀ ਤੇ ਕਹਿੰਦਾ, ਸੱਚੇ ਪਾਤਸ਼ਾਹ ਮੈਨੂੰ ਇੰਜ ਲੱਗਦਾ ਹੈ ਕਿ ਅੰਮ੍ਰਿਤਸਰ ਤੋਂ ਲੈ ਕੇ ਚਾਂਦਨੀ ਚੌਂਕ ਤੱਕ ਕਦੀ ਇਹੋ ਜਿਹਾ ਮੌਕਾ ਵੀ ਆਇਆ ਹੋਵੇਗਾ ਜਦੋਂ ਖਿੜਖੜਾ ਕੇ ਹੱਸੇ ਹੋਵੋਗੇ। ਇੰਨੇ ਗੰਭੀਰ, ਇੰਨੇ ਡੂੰਘੇ, ਇੰਨੇ ਬੈਰਾਗ ਵਿੱਚ ਗਏ ਹੋਏ। ਹੁਣ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਬੈਰਾਗ ਹੈ ਉਹ ਨਿਰਾਸ਼ਤਾ ਪੈਦਾ ਨਹੀਂ ਕਰਦਾ। ਇਹਨੂੰ ਫਿਰ ਸੁਣਿਓ, ਮੈਂ ਕਿਹਾ ਅਨੁਰਾਗ, ਨਿਰਾਸ਼ਤਾ ਢੈਂਦੀ ਕਲਾ ਚ ਨਹੀਂ ਜਾਂਦਾ, ਪਰ ਅਸਲੀਅਤ ਨੂੰ ਸਮਝਾ ਕੇ ਗੁਰੂ ਤੇਗ ਬਹਾਦਰ ਸਾਡੀ ਸੁਰਤ ਰੱਬ ਵਾਲੇ ਪਾਸੇ ਲੈ ਜਾਂਦਾ। ਸੁਣੋ ਬੈਰਾਗ ਕੀ ਹੈ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਨਿਰਾਸ਼ਤਾ ਹੀ ਹੈ ਨਾ ਜੀ, ਵੀ ਹਰ ਦੁਨੀਆ ਐਵੇਂ ਸਵਾਰਥੀ ਝੂਠ ਹੈ। ਆਪਣੇ ਸੁਖ ਸਿਉ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਅਰਥ ਬੜੇ ਸੌਖੇ ਆਏ। ਮੇਰੋ ਮੇਰੋ ਸਭੈ ਕਹਿਤ ਹੈ, ਹਿਤ ਸਿਉ ਬੰਧਿਓ ਚੀਤ। ਅੰਤ ਕਾਲ ਸੰਗੀ ਨੇ ਕਉ, ਇਹ ਅਚਰਜ ਹੈ ਰੀਤ। ਮਨ ਮੂਰਖ ਅਜਹੂ ਨੇ ਸਮਝਤ। ਇੱਥੋਂ ਤੱਕ ਬੈਰਾਗ ਚੱਲਦਾ, ਝੂਠ ਹੀ ਸਭ ਕੁਝ। ਮਨ ਮੂਰਖ ਅਜਹੂ ਨੇ ਸਮਝਤ, ਸਿੱਖ ਦੇ ਹਾਰਿਓ ਨੀਤ। ਫਿਰ ਇੱਕੋ ਦਮ ਸਾਡੀ ਸੁਰਤ ਨੂੰ ਨਿਰਾਸ਼ਤਾ ਤੋਂ ਚੁੱਕ ਕੇ ਕਹਿੰਦੇ, ਨਾਨਕ ਭਵਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ। ਨਿਰਾਸ਼ਤਾ ਦੱਸੀ ਵੀ ਝੂਠ ਹੈ, ਬੈਰਾਗ ਹੈ। ਹੁਣ ਜਦੋਂ ਅਸੀਂ ਆਏ, ਮੇਰਾ ਖਿਆਲ ਇੱਕ ਸਿੰਘ ਸ਼ਬਦ ਪੜ੍ਹ ਰਹੇ ਸਨ, ਜਿਹੜੇ ਰਾਗੀ ਸਿੰਘ, ਉਹਨਾਂ ਦਾ ਪਵਿੱਤਰ ਬਚਨ ਮੈਂ ਸੁਣਿਆ ਕੰਨਾਂ 'ਚ। ਸਾਧੋ ਉਹ ਸ਼ਬਦ ਕਹਿ ਰਹੇ ਸਨ ਵੀ ਸੰਸਾਰ ਦੀ ਰਚਨਾ ਬਿਲਕੁਲ ਝੂਠ ਹੈ, ਵੀ ਇਹ ਬਿਨ ਸੰਹਾਰੀ ਹੈ। ਹੁਣ ਜਦੋਂ ਉਹ ਸ਼ਬਦ ਅਸੀਂ ਪੜ੍ਹਨੇ ਆ, ਉਸ ਵਿੱਚ ਵੀ ਸਤਿਗੁਰੂ ਜੀ ਇਸ ਗੱਲ ਨੂੰ ਚੇਤੇ ਕਰਾ ਕੇ ਵੀ ਸੰਸਾਰ ਝੂਠਾ ਹੈ। ਜਿਵੇਂ ਇੱਕ ਸ਼ਬਦ ਉਹਨਾਂ ਦਾ ਸੋਠ ਰਾਗ ਦਾ, ਪ੍ਰੀਤਮ ਜਾਨ ਲਿਹੋ ਮਨ ਮਾਹੀ, ਆਪਣੇ ਸੁਖ ਸੋਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ। ਸੁਖ ਮੈਂ ਆਨ ਬਹੁਤ ਮਿਲ ਬੈਠ ਤੇ ਰਹਿਤ ਚਹੂ ਦਿਸ਼ ਕੇ ਰਹਿ। ਬਿਪਤ ਪਰੀ ਸਭ ਹੀ ਸੰਗ ਛਾੜਤ ਕੋਉ ਨਾ ਆਵਤ ਨੇ ਰਹਿ। ਬੈਰਾਗ ਹੈ ਨਾ ਜੀ। ਘਰ ਕੀ ਨਾਰ ਬਹੁਤ ਖਿਤ ਜਾਂ ਸਿਉ, ਸਦਾ ਰਹਿਤ ਸੰਗ ਲਾਗੀ। ਜਾਬੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਬੈਰਾਗ ਹੈ ਜੀ। ਇਹਨੇ ਸੱਚ ਵਰਤਨੇ ਇਸ ਘਟਨਾ ਨੇ ਕਿ ਸੱਚਮੁੱਚ ਆ ਪ੍ਰੇਤ ਪ੍ਰੇਤ ਦਾ ਉੱਥੇ ਲਫ਼ਜ਼ੀ ਅਰਥ ਮਰ ਗਿਆ, ਮਰ ਗਿਆ। ਇਹ ਸੰਸਾਰ ਦੀ ਸਚਾਈ ਹੈ ਕਿ ਜਿਸ ਵਕਤ ਅਸੀਂ ਛੱਡਾਂਗੇ, ਜਿੰਨੀ ਦੇਰ ਤੱਕ ਆ ਬੋਲਦਾ ਨਾ ਅੰਦਰ, ਉਨੀ ਦੇਰ ਤੱਕ ਸੱਚੀ ਮੁੱਚੀ ਸਾਰੇ ਆਪਣੇ। ਮੈਂ ਤੁਹਾਨੂੰ ਸੱਚ ਦੱਸਾਂ, ਜਦੋਂ ਬੰਦਾ ਮਰ ਜਾਂਦਾ ਹੈ ਨਾ, ਤੁਰ ਅੰਦਰ ਲੋਕ ਇਹੀ ਸੋਚਦੇ ਆ, ਹੁਣ ਕਦੋਂ ਇਹਨੂੰ ਘਰੋਂ ਲੈ ਕੇ ਬਾਹਰ ਜਾਈਏ। ਵੀਰੋ ਮਾੜਾ ਜਿਹਾ ਮੈਨੂੰ ਕਥਾ ਕਰ ਲੈਂਦੇ ਪਲੀਜ਼। ਕਦੋਂ ਇਸ ਬੰਦੇ ਨੂੰ ਘਰੋਂ ਕੱਢ ਕੇ ਲੈ ਕੇ ਜਾਈਏ। ਉੱਥੇ ਸਤਿਗੁਰੂ ਨੇ ਸ਼ਬਦ ਵਰਤੇ ਹੈ, ਪ੍ਰੇਤ ਪ੍ਰੇਤ ਕਰ ਭਾਗੀ। ਇੱਥੋਂ ਤੱਕ ਬੈਰਾਗ ਪੈਦਾ ਕਰਕੇ ਫਿਰ ਸੁਰਤ ਨੂੰ ਨਾਸ਼ਵਾਨਤਾ ਤੋਂ ਕੱਢ ਕੇ ਇੱਕੋ ਦਮ ਸਦੀਵੀ ਹੋਂਦ ਵੱਲ ਲੈ ਗਏ। ਕਹਿਣ ਲੱਗੇ, ਇਹ ਬਿਦ ਕੋ ਵਿਵਹਾਰ ਬਨਿਓ ਹੈ, ਜਾਂ ਸਿਓ ਨਿਹੋ ਲਗਾਇਓ। ਅੰਤ ਬਾਰ ਨਾਨਕ ਬਿਨ ਹਰ ਜੀ ਕੋਉ ਕਾਮਨਾ। ਦੇਖੋ ਬੈਰਾਗ ਚਲ ਜਾਂਦੇ ਆ। ਇਹ ਨਹੀਂ ਕਿ ਸੁਰਤ ਨੂੰ ਖਤਮ ਕਰਦਾ, ਸਾਡੀ ਸੁਰਤ ਨੂੰ ਫਿਰ ਉੱਪਰ ਚੁੱਕ ਕੇ ਲੈ ਜਾਂਦੇ ਆ। ਮੈਂ ਇਸੇ ਕਰਕੇ ਬੇਨਤੀ ਕਰਨਾ ਹੁੰਦਾ, ਜਿੱਥੇ ਉਹਨਾਂ ਨੇ ਤਿਆਗ ਕਿਹਾ, ਜਿੱਥੇ ਉਹਨਾਂ ਨੇ ਬੈਰਾਗ ਕਿਹਾ, ਉੱਥੇ ਉਹਨਾਂ ਨੇ ਕਿਹਾ ਪਰਮਾਤਮਾ ਨੂੰ ਪਿਆਰ ਕਰੋ। ਰੇਮਨ ਰਾਮ ਸਿਉ ਕਰ ਪ੍ਰੀਤ, ਸਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਪਰ ਕਿਵੇਂ ਕਰੋ ਪ੍ਰੀਤ? ਨਾਸ਼ਵਾਨਤਾ ਦੱਸਿਆ, ਬਾਦਰ ਕੀ ਸ਼ਾਹੀ ਦੱਸਿਆ, ਧੂਵੇਂ ਕਾ ਪਹਾੜ ਦੱਸਿਆ। ਪਰ ਗੁਰਮੁਖੋ, ਜਦੋਂ ਮਹਾਰਾਜ ਕਹਿੰਦੇ ਆ ਵੀ ਪ੍ਰੀਤ ਕਰੋ, ਕਿਵੇਂ ਕਰੋ, ਫਿਰ ਉਹਨਾਂ ਦੇ ਦੋ ਬਚਨ। ਇੱਕ ਤਾਂ ਪਹਿਲਾ ਸ਼ਲੋਕ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰਤ ਕੀਨ। ਤੂੰ ਗੋਬਿੰਦ ਦੇ ਗੁਣਾਂ ਨੂੰ, ਪਰਉਪਕਾਰ ਨੂੰ ਨਹੀਂ ਗਾਇਆ, ਤੇਰੀ ਜ਼ਿੰਦਗੀ ਵਿਅਰਥ ਚਲੀ ਗਈ। ਫਿਰ ਕਿਵੇਂ ਗਾ? ਵੇਖੋ ਕਿਵੇਂ ਸਹਾਰਾ ਦਿੰਦੇ ਆ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰਤ ਕੀਨ। ਕਹੋ ਨਾਨਕ ਪਰ ਪਜ ਹਰ ਮਨਾ, ਜੇ ਬਿਦ ਜਲ ਕੋ ਮੀਨ। ਇਸ ਤਰ੍ਹਾਂ ਜਪ ਜਿਵੇਂ ਮੱਛੀ ਪਾਣੀ। ਦੂਸਰਾ ਬਚਨ, ਸਵਾਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਿਤ। ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਇਸ ਤਰ੍ਹਾਂ ਪਿਆਰ ਕਰ।
ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਾ ਤੁਸੀਂ ਮਨਾ ਰਹੇ ਹੋ। ਬਾਬਾ ਜੀ ਨੇ ਇਸ ਬਾਰੇ ਇਹ ਸਮਾਗਮ ਰੱਖਿਆ ਤੇ ਮੈਂ ਬੇਨਤੀ ਕਰਾਂ ਜੀ, ਜਿਹੜੇ ਸਿੰਘ ਆਪਣਾ ਨਿਤਨੇਮ ਵਧਾਉਂਦੇ ਆ ਨਾ ਜੀ, ਮੈਂ ਉਹਨਾਂ ਲਈ ਸਿਰਫ ਬੇਨਤੀ ਕਰਾਂਗਾ, ਹੋ ਸਕਦੇ ਉਹ ਕਰਦੇ ਹੋਣ। ਮਹਾਰਾਜ ਦਾ ਪੁਰਬ ਆਉਣਾ, 59 ਸ਼ਬਦ ਤੇ 57 ਸ਼ਲੋਕ ਪੜ੍ਹਦੇ ਆ, ਬੋਲ ਕੇ ਵੀ ਪੜ੍ਹੋ, 1 ਘੰਟੇ ਦਾ ਸਮਾਂ ਲੱਗਦਾ ਵੱਧ ਤੋਂ ਵੱਧ, ਘੰਟਾ ਨਹੀਂ 1.5 ਘੰਟਾ ਲੱਗ ਜਾਏਗਾ। ਤੇ ਮੇਰੀ ਬੇਨਤੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਆਪਾਂ ਆਪਣੇ ਨਿਤਨੇਮ 'ਚ ਸ਼ਮੂਲੀਅਤ ਕਰ ਲਈਏ। ਅੱਧੇ ਸ਼ਬਦ ਅੱਜ ਪੜ੍ਹ ਲੈ, ਅੱਧੇ ਕੱਲ੍ਹ ਨੂੰ ਪੜ੍ਹ ਲੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ, ਉਹਨਾਂ ਦਾ ਆਪ ਜੀ ਦਿਨ ਮਨਾ ਰਹੇ ਹੋ, ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਮੇਰੇ ਤੋਂ ਬੋਲਦਿਆਂ ਬੇਅੰਤ ਭੁੱਲਾਂ ਹੋਈਆਂ ਨੇ। ਸਾਧ ਸੰਗਤ, ਆਪ ਜੀ ਬਹੁਤ ਸਹਿਯੋਗ ਦਿੰਦੇ ਹੋ ਇਸ ਸਥਾਨ ਨੂੰ। ਦਾਸ ਵੱਲੋਂ ਵੀ ਬੇਨਤੀ ਹੈ, ਇਹ ਤੁਹਾਡਾ ਆਪਣਾ ਘਰ ਹੈ। ਆਪ ਜੀ ਆਓ, ਇੱਥੇ ਜਪ ਤਪ ਸਿਮਰਨ ਬਹੁਤ ਸਾਰੀ ਮਹਾਰਾਜ ਦੀ ਕਿਰਪਾ। ਬਾਬਾ ਅਮੀਰ ਸਿੰਘ ਜੀ ਹੋਣੀ ਆ ਬੜਾ ਸੋਹਣਾ ਹਾਲ ਬਣ ਗਿਆ, ਹੁਣ ਇੱਥੇ ਆਪਾਂ ਸਮਾਗਮ ਵੀ ਕਰਿਆ ਕਰੀਏ। ਤੇ ਮੇਰੇ ਮਨ 'ਚ ਬੈਠੇ ਆ ਰਿਹਾ ਸੀ ਵੀ ਸਾਲ 'ਚ 2-3 ਦਿਨ ਦਾ ਆਪਾਂ ਵੀ ਇੱਥੇ ਸੇਵਾ ਪੱਕੀ ਰੱਖੀਏ ਕਿ ਸੰਗਤ ਆਵੇ। ਥੱਲੇ ਬੇਸਮੈਂਟ ਵੀ ਤਿਆਰ ਕਰ ਦਿੱਤੀ ਗਈ ਹੈ, ਜਿਵੇਂ ਵਿਆਹਾਂ ਦੇ ਸਮਾਗਮ ਵੀ ਹੁੰਦੇ ਆ ਨਾ ਜੀ। ਤੇ ਮੇਰੀ ਬੇਨਤੀ, ਆਪ ਸੰਗਤ ਸਹਿਯੋਗ ਕਰਿਓ, ਵੱਧ ਤੋਂ ਵੱਧ ਆਓ। ਤੇ ਬਾਬਾ ਜੀ ਨੂੰ ਵੀ ਬੇਨਤੀ ਹੈ ਕਿ ਜਿਵੇਂ ਇਹ ਸਿਮਰਨ ਦਾ ਜਪ ਤਪ ਦਾ ਚਲਾਉਂਦੇ ਆ, ਕਿਉਂਕਿ ਜਿੱਥੇ ਨਾਮ ਆ ਗਿਆ ਉੱਥੇ ਹਰ ਚੀਜ਼ ਆ ਜਾਣੀ, ਉੱਥੇ ਹਰ ਵਸਤੂ ਆ ਜਾਣੀ। ਤੇ ਜਿਸ ਸਤਿਗੁਰੂ ਨੂੰ ਤੁਸੀਂ ਯਾਦ ਕਰ ਰਹੇ ਹੋ, ਉਹਨਾਂ ਬਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਹੈ। ਕਹਿੰਦੇ ਨੇ ਮੇਰੇ ਪਿਤਾ ਜੀ ਨੂੰ, ਹੈ ਤੇ ਮਹਾਰਾਜ ਨੇ ਆਪਣੇ ਪਿਤਾ ਜੀ ਬਾਰੇ ਕਿਹਾ, ਕਹਿੰਦੇ ਮੇਰੇ ਪਿਤਾ ਜੀ ਨੂੰ ਯਾਦ ਕਰੋ, ਇੱਕ ਤਾਂ 9 ਨਿਧੀਆਂ ਘਰ ਵਿੱਚ ਆ ਜਾਂਦੀਆਂ ਨੇ, ਤੇ ਦੂਜੀ ਜਿੱਥੇ ਉਹਨਾਂ ਨੂੰ ਯਾਦ ਕਰੀਏ ਉਹ ਸਿੱਖ ਦੀ ਮਦਦ ਕਰਦੇ ਆ। ਤੇਗ ਬਹਾਦਰ ਸਿਮਰਿਆ ਘਰ 9 ਨਿਧ ਆਵੈ ਤਾਏ। 9 ਨਿਧੀਆਂ ਬਹੁਤ ਕਮਾਲ ਦੀਆਂ, ਉਂਝ ਵੈਸੇ ਗੁਰਬਾਣੀ ਨੇ 9 ਨਿਧੀਆਂ ਨਾਮ ਹੀ ਕਿਹਾ, 9 ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਪਦਾਰਥ ਨਹੀਂ ਕੇਵਲ। ਤੇਗ ਬਹਾਦਰ ਸਿਮਰਿਆ ਘਰ 9 ਨਿਧ ਆਵੈ ਧਾਏ, ਤੇ ਅਗਲਾ ਬਚਨ ਸਭ ਥਾਈਂ ਹੋਏ ਸਹਾਏ। ਸਭ ਥਾਵਾਂ ਤੇ ਮਦਦ ਕਰਨ ਵਾਲਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਤੇਰੇ ਚਰਨਾਂ 'ਚ ਬੇਨਤੀ ਹੈ। ਤੇ ਆਪ ਸਾਰੀ ਸੰਗਤ ਅਰਦਾਸ ਰੋਜ਼ ਕਰਿਆ ਕਰੋ। ਮੈਂ ਉਸ ਦਿਨ ਵੀ ਕਿਹਾ ਸੀ ਮਾਡਲ ਟਾਊਨ ਵੀ ਇਹਨੂੰ ਸਿਆਸਤ ਨਾਲ ਨਾ ਜੋੜਿਓ, ਕਿਉਂਕਿ ਪਰਮੇਸ਼ਵਰ ਦੀ ਖੇਡ ਦਾ ਕੋਈ ਪਤਾ ਨਹੀਂ। ਸਾਰੇ ਅਰਦਾਸ ਕਰੋ, ਮਾਲਕਾ ਸੁੱਖ ਵਰਤਾਈ, ਰਾਜ ਵਾਲਿਆਂ ਨੂੰ ਵੀ ਸਮੱਤ ਬਖਸ਼ੀ, ਕੋਈ ਵਿੱਚ ਸ਼ਰਾਰਤੀ ਸ਼ਰਾਰਤ ਨਾ ਕਰ ਜਾਏ, ਆਪ ਤੂੰ ਰਾਮਕਾਰ ਲਾ ਦੇਈ। ਤੇ ਮੈਂ ਅੱਜ ਵੀ ਸਰਾਭਾ ਨਗਰ ਕਿਹਾ ਕਿ ਉਸ ਪਰਮਾਤਮਾ ਦੀ ਬਣੀ ਹੋਈ ਇਹ ਸ੍ਰਿਸ਼ਟੀ ਹੈ, ਇਹਨੂੰ ਮੁਹੱਬਤ ਕਰਾਂਗੇ ਤੇ ਭਲਾ ਹੋਵੇਗਾ। ਮੇਰੇ ਮਨ 'ਚ ਆਉਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਰਾਜ 'ਚ ਕਿਸੇ ਬੰਦੇ ਨੂੰ ਫਾਂਸੀ ਨਹੀਂ ਹੋਈ, ਸਭ ਨੂੰ ਪਤਾ ਹੈ। ਕੁਝ ਦੰਦ ਕਥਾਵਾਂ ਨੇ ਇਹ 'ਚ ਸੁਣੀਆਂ ਸੁਣਾਈਆਂ ਹੁੰਦੀਆਂ, ਪਰ ਮੈਂ ਜਦੋਂ ਸੋਚ ਰਿਹਾ ਸਾਂ ਕਾਲ ਪੈ ਗਿਆ, ਲੋਕਾਂ ਦੇ ਘਰ ਅਨਾਜ ਨਹੀਂ ਰਿਹਾ। ਮਹਾਰਾਜਾ ਰਣਜੀਤ ਸਿੰਘ ਨੇ ਕਹਿਤਾ ਭੰਡਾਰ ਖੋਲ ਦਿਓ, ਬੂਹੇ ਖੋਲ ਦਿੱਤੇ ਅਨਾਜ ਦੇ। ਇੱਕ ਗਰੀਬ ਬਜ਼ੁਰਗ, ਉਹਦੇ ਹਿੱਸੇ ਦਾ ਜਦੋਂ ਅਨਾਜ ਆਉਂਦਾ ਤੇ ਭੰਡਾਰੀ ਵੰਡਣ ਵਾਲੇ ਨੂੰ ਕਹਿੰਦਾ ਪਾ ਦੇ, ਉਹਦਾ ਪੋਤਾ ਨਾਲ ਹੈ। ਉਹ ਪੰਡ ਜਦੋਂ ਭਰਦਾ ਹੈ ਤੇ ਬਜ਼ੁਰਗ ਹੈ, ਚੁੱਕੀ ਨਹੀਂ ਜਾਂਦੀ। ਤੇ ਉਸ ਵਕਤ ਉਹ ਵਰਤਾਨ ਵਾਲਾ ਕਹਿੰਦਾ ਬਾਬਾ ਜਿੰਨਾ ਤੇਰਾ ਜੁੱਸਾ ਹੈ, ਸਰੀਰ ਕਮਜ਼ੋਰ ਹੈ, ਪੰਡ ਚੁੱਕ ਲਏਗਾ। ਉਹ ਕਹਿੰਦਾ ਮਹਾਰਾਜਾ ਸਾਹਿਬ ਨੇ ਅੱਜ ਮੌਕਾ ਦਿੱਤਾ ਹੈ, ਜੇ 4 ਸਿਰ ਦਾਣੇ ਵੱਧ ਪਾ ਜਾਏਗਾ 2 ਦਿਨ ਹੋਰ ਨਿਕਲ ਜਾਣਗੇ, ਪੰਡ ਨਹੀਂ ਚੁੱਕੀ ਜਾਂਦੀ। ਇੰਨੀ ਦੇਰ ਨੂੰ ਚਿਹਰਾ ਲਪੇਟਿਆ ਕੱਪੜੇ ਨਾਲ ਇੱਕ ਆਉਂਦਾ ਸੱਜਣ ਜਵਾਨ, ਉਹ ਕਹਿੰਦਾ ਲਿਆ ਬਾਬਾ ਪੰਡ ਮੇਰੇ ਸਿਰ ਤੇ ਰਖਾ ਦੇ। ਉਹ ਅੱਗੇ ਅੱਗੇ ਪੋਤੇ ਨੂੰ ਲੈ ਕੇ ਤੁਰ ਪੈਂਦਾ, ਨਾਲ ਪੰਡ ਹੀ ਤੁਰ ਪੈਂਦਾ ਪੰਡ ਚੁੱਕ ਕੇ। ਜਦੋਂ ਉਹਦੀ ਝੋਂਪੜੀ ਵਿੱਚ ਪੰਡ ਸੱਟਦਾ ਉਹ, ਤੇ ਆਪਣੇ ਸਿਰ ਤੋਂ ਕੱਪੜਾ ਲਾਂਦਾ ਤੇ ਥੱਲਿਓਂ ਦੇਖਦੇ ਨੇ ਕਲਗੀ ਨਿਕਲਦੀ ਏ, ਇਹ ਮਹਾਰਾਜਾ ਰਣਜੀਤ ਸਿੰਘ ਹੈ। ਰਾਜ ਭਾਗ ਜਿਹਨੂੰ ਰੱਬ ਦਾ ਹੈ। ਮਹਾਰਾਜਾ ਰਣਜੀਤ ਸਿੰਘ ਉਹ ਕੰਬ ਗਿਆ। ਉਹ ਇੱਕੋ ਦਮ ਕਹਿੰਦਾ ਮਹਾਰਾਜਾ ਸਾਹਿਬ ਮੈਨੂੰ ਬਖਸ਼ ਦਿਓ।
ਤੁਸੀਂ ਪਾਂਡੀ ਬਣ ਕੇ ਆਏ, ਮੇਰੀ ਪੰਡ ਕਰਕੇ ਤੁਹਾਡੀ ਕਲਗੀ ਇਹ ਫਿਸ ਗਈ। ਉਹਨੂੰ ਸੀਨੇ ਨਾਲ ਲਾ ਕਹਿੰਦੇ ਨੇ, ਬਾਬਾ ਤੇਰੇ ਘਰ ਰੋਟੀ ਪੱਕਦੀ ਰਹੇਗੀ ਤੇ ਰਣਜੀਤ ਸਿੰਘ ਦੀ ਕਲਗੀ ਵੀ ਕਾਇਮ ਰਹੇਗੀ। ਜੇ ਤੇਰੇ ਘਰ ਦਾ ਚੁੱਲ੍ਹਾ ਬੁਝ ਗਿਆ ਤੇ ਮੈਂ ਆਪਣੀ ਕਲਗੀ ਨੂੰ ਕੀ ਕਰਨਾ। ਮੈਂ ਤੁਹਾਨੂੰ ਇੱਕ ਬੇਨਤੀ ਕਰਾਂ, ਚੇਤੇ ਰੱਖਿਓ, ਇਹ ਗਰੀਬ ਦੀ ਖਾਹ ਰੱਬ ਦੇ ਦਰਵਾਜ਼ੇ ਤੋੜ ਦਿੰਦੀ ਜੇ। ਮਹਾਰਾਜ ਕਹਿੰਦੇ ਨੇ, ਖਲਕ ਖਾਲਕ ਕੀ ਜਾਣ ਕੈ ਖਲਕ ਦੁਖਾਵੈ ਨਾਹੀਂ, ਖਲਕ ਦੁਖੇ ਨੰਦ ਲਾਲ ਜੀ ਖਾਲਕ ਕੋ ਪੈਤਾ ਹੈ। ਮਹਾਰਾਜ ਗੁਰੂ ਗੋਬਿੰਦ ਸਿੰਘ ਕਹਿੰਦੇ ਆ, ਨੰਦ ਲਾਲ ਰਾਜਾ ਉਹ ਚਾਹੀਦਾ ਹੈ, ਖਲਕ ਖਾਲਕ ਕੀ ਜਾਣ ਕੈ ਖਲਕ ਦੁਖਾਵੈ ਨਾਹੀਂ। ਇਸ ਖਲਕਤ ਨੂੰ ਖਾਲਕ ਦੇ ਬੱਚੇ ਜਾਣੇ, ਤੇ ਜੇ ਇਹ ਦੁਖੀ ਹੋ ਗਏ ਤੇ ਫਿਰ ਖਾਲਕ ਉਹਦੇ ਉੱਤੇ ਗੁੱਸੇ ਹੋ ਜਾਂਦਾ, ਨਾਰਾਜ਼ ਹੋ ਜਾਂਦਾ। ਖਲਕ ਖਾਲਕ ਕੀ ਜਾਣ ਕੈ ਖਲਕ ਦੁਖਾਵੈ ਨਾਹੀਂ, ਖਲਕ ਦੁਖੇ ਨੰਦ ਲਾਲ ਜੀ ਖਾਲਕ ਕੋ ਪੈਤਾ ਹੈ। ਉਹਦੇ ਉੱਤੇ ਰੱਬ ਗੁੱਸੇ 'ਚ ਹੋ ਜਾਂਦਾ। ਮੈਂ ਕਹਾਂਗਾ, ਵਾਹਿਗੁਰੂ ਪੰਜਾਬ ਦੇ ਜੰਮਿਆਂ ਨੂੰ ਨਖੇਤ ਮਹੰਮਾ। ਪੂਰਨ ਸਿੰਘ ਕਹਿੰਦਾ ਸੀ, ਕਹਿੰਦਾ ਮਰਨ ਨੂੰ ਮੌਤ ਨੂੰ ਮਖੌਲ ਕਰਦੇ ਨੇ ਪੰਜਾਬ ਦੇ ਜਾਏ। ਕਹਿੰਦਾ ਪਿਆਰ ਕਰੋ ਤੇ ਆਪਾ ਵਾਰ ਦਿੰਦੇ ਨੇ, ਜੇ ਤੁਸੀਂ ਦੂਜੇ ਪਾਸੇ ਚੱਲੋ ਤੇ ਕਹਿੰਦਾ ਮੋਢੇ ਤੇ ਬਾਹਾਂ ਉਲਾਰ ਕੇ ਸਾਹਮਣੇ ਖਲੋ ਜਾਂਦੇ। ਉਹਦੇ ਵਿੱਚ ਉਹ ਲਿਖਦਾ, ਪੰਜਾਬ ਨਾ ਹਿੰਦੂ ਦਾ ਨਾ ਮੁਸਲਮਾਨ ਦਾ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਵਾਹਿਗੁਰੂ ਸਭ ਦਾ ਭਲਾ ਹੋਵੇ ਤੇ ਸਾਰੇ ਆਪਣੇ ਆਪਣੇ ਨਿਤਨੇਮ 'ਚ ਅਰਦਾਸ ਕਰੋ, ਸਾਰੀ ਮਾਨਵਤਾ ਦਾ ਭਲਾ ਹੋਵੇ, ਮੰਗਣ ਵਾਲਿਆਂ ਦਾ ਵੀ ਦੇਣ ਵਾਲਿਆਂ ਦਾ ਵੀ, ਸਭ ਦਾ ਭਲਾ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ